ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪ੍ਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਦੋਹਰਾ। ਸ਼੍ਰੀ ਸਤਿਗੁਰ ਜੋ ਦਾਬਲੀ ਬਸ ਭਗਤਨ ਕੇ ਨੀਤ। ਇੱਕ ਦਿਨ ਬੈਠੇ ਸਭਾ ਮਹਿ ਦਰਸੈ ਸਿੱਖ ਮੁਦ ਚੀਤ। ਸ਼੍ਰੀ ਸਤਿਗੁਰ ਜੋ ਦਾਬਲੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਜੀ, ਸਿਰ ਝੁਕਾਓ ਜੀ, ਗੱਜ ਕੇ ਉਚਾਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਸੱਜ ਕੇ ਬੈਠੇ ਹੋ। ਚੰਗੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਜੀ ਦੇ ਚਰਨਾਂ ਵਿੱਚ ਆਉਣਾ ਬੈਠਣਾ, ਗੁਰੂ ਜੀ ਦੇ ਦਰਸ਼ਨ ਕਰਨੇ। ਸਤਿਗੁਰੂ ਜੀ ਦੀ ਮਿਹਰ ਕਿਰਪਾ ਆਪਣੇ ਸਾਰਿਆਂ ਦੇ ਉੱਤੇ ਹੋਈ ਹੈ। ਸਭ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਅੰਤਰਯਾਮੀ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਭਾਰੀ ਸੱਚੇ ਪਾਤਸ਼ਾਹ ਗਰੀਬ ਨਵਾਜ ਵੱਡੇ ਬਲ ਵਾਲੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਧਰਤੀ ਦੇ ਉੱਤੇ ਸੱਜੇ ਹਨ। ਸਤਿਗੁਰੂ ਜੀ ਦੀ ਮਿਹਰ ਹੈ ਕਿਰਪਾ ਹੈ। ਜਿਨ੍ਹਾਂ ਜਿਨ੍ਹਾਂ ਥਾਵਾਂ ਦੇ ਉੱਤੇ ਮਹਾਰਾਜ ਜੀ ਨੇ ਚਰਨ ਪਾਏ ਹੈ ਅੱਜ ਤੱਕ ਉਹਨਾਂ ਥਾਵਾਂ ਨੂੰ ਸਾਧ ਸੰਗਤ ਜੀ ਭਾਗ ਲੱਗੇ ਹਨ। ਲੋਕ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਆਪਣਾ ਸਿਰ ਰੱਖਦੇ ਹਨ ਜੀ, ਔਰ ਸਿਰ ਰੱਖ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹੈ ਕਿ ਸਾਨੂੰ ਗੁਰੂ ਜੀ ਦੇ ਅਸਥਾਨਾਂ ਉੱਤੇ ਮੱਥਾ ਟੇਕਣ ਦਾ ਭਾਗ ਸਮਾਂ ਮਿਲ ਗਿਆ ਜੀ। ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਸੁਭਾਏਮਾਨ ਹਨ। ਸ੍ਰੀ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਬਾਬਾ ਜੀ ਦਾ 13ਵੇਂ ਦਿਨ ਤੋਂ ਬਾਅਦ ਸਰੀਰ ਤਿਆਗਣ ਤੋਂ ਬਾਅਦ ਦਸਤਾਰਬੰਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਹੋਈ। ਸਮਾਂ ਆਇਆ ਦੀਵਾਲੀ ਦਾ ਮੇਲਾ ਆਇਆ। ਵੇਖੋ ਆਮ ਤੌਰ 'ਤੇ ਘਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਕੋਈ ਸਰੀਰ ਤਿਆਗਦਾ ਹੈ ਕੋਈ ਚਲਾਣਾ ਕਰ ਜਾਂਦਾ ਹੈ ਉਹਦੇ ਤੋਂ ਬਾਅਦ ਘਰ ਵਾਲੇ ਨਾ 1 ਸਾਲ ਵਾਸਤੇ ਦਿਨ ਤਿਉਹਾਰ ਨਹੀਂ ਮਨਾਉਂਦੇ ਜੀ। ਆਮ ਹੀ ਆਪਾਂ ਆਪਣੇ ਪਰਿਵਾਰਾਂ ਵਿੱਚ ਵੇਖ ਲਈਏ ਕਹਿੰਦੇ ਵੀ 1 ਸਾਲ ਦਿਨ ਤਿਉਹਾਰ ਨਹੀਂ ਮਨਾਉਣਾ ਜੀ। ਭਾਵੇਂ ਦੀਵਾਲੀ ਹੋਵੇ ਭਾਵੇਂ ਕੋਈ ਵੀ ਹੋਵੇ ਤਿਉਹਾਰ ਲੋਕ ਨਹੀਂ ਮਨਾਉਂਦੇ ਵੀ ਘਰ ਵਿੱਚ ਮੌਤ ਹੋਈ ਆ ਡੈਥ ਹੋਈ ਹੈ। ਪਰ ਧੰਨ ਹਨ ਗੁਰੂ ਜੀ। ਹਾਂਜੀ, ਇੱਥੋਂ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਦਾ ਜੀਵਨ ਬੜਾ ਵੱਡਾ ਜੀ। ਮਹਾਰਾਜ ਖੁਦ ਪਰਮੇਸ਼ਰ ਹਨ।
ਇੱਕ ਪਾਸੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ। ਕੁਝ ਸਮੇਂ ਬਾਅਦ ਦੀਵਾਲੀ ਆਈ। ਦੀਵਾਲੀ ਪੂਰੇ ਧੂਮਧਾਮ ਨਾਲ ਮਨਾਈ ਗਈ ਜੀ। ਹਾਂਜੀ, ਮਹਾਰਾਜ ਜੀ ਦੇ ਹਜ਼ੂਰ ਦੀਵਾਨ ਸੱਜੇ, ਖੁਸ਼ੀਆਂ ਵਰਤੀਆਂ, ਉਹੋ ਜਿਹੇ ਪਕਵਾਨ ਬਣੇ, ਮਠਿਆਈਆਂ ਬਣੀਆਂ। ਕਿਉਂ? ਮਹਾਰਾਜ ਜੀ ਦਾ ਜੀਵਨ ਆਮ ਸੰਸਾਰੀ ਜੀਵਾਂ ਵਾਲਾ ਨਹੀਂ ਹੈਗਾ ਜੀ। ਉਹ ਬੜੇ ਵੱਡੇ ਹਨ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਕਿੰਨੇ ਕੁ ਵੱਡੇ ਨੇ ਸਾਧ ਸੰਗਤ ਜੀ। ਲੱਖਾਂ ਵਿਸ਼ਾਲ ਸਿੰਘ ਇਕੱਠੇ ਹੋ ਜਾਣ, ਸਤਿਗੁਰੂ ਜੀ ਦੀ ਮਹਿਮਾ ਨਹੀਂ ਕਰ ਸਕਦੇ ਜੀ। ਗੁਰੂ ਸਾਹਿਬ ਕਿੰਨੇ ਵੱਡੇ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਲੀ ਮਨਵਾਈ ਹੈ। ਉਹ ਪ੍ਰਸੰਗ ਜਿਹੜਾ ਹੈ ਉਹ ਸੰਗਤਾਂ ਨੇ ਪ੍ਰੇਮ ਦੇ ਨਾਲ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ ਜੀ। ਬਹੁਤ ਸੰਗਤਾਂ ਆਈਆਂ, ਬਲਖ ਤੋਂ, ਬੁਖਾਰੇ ਤੋਂ, ਮੁਲਤਾਨ ਤੋਂ, ਘੇਪ ਤੋਂ, ਫਿਰ ਕਾਬਲ ਤੋਂ, ਕੰਧਾਰ ਤੋਂ, ਜਲਾਲਾਬਾਦ ਤੋਂ, ਪੂਰਬ ਦੇ ਇਲਾਕਿਆਂ 'ਚੋਂ ਸੰਗਤ ਆਈ ਹੈ, ਦੱਖਣ ਦੇ ਇਲਾਕਿਆਂ ਵਿੱਚੋਂ ਸੰਗਤ ਆਈ ਹੈ, ਕਸ਼ਮੀਰ ਤੋਂ ਸੰਗਤ ਆਈ ਹੈ, ਉੱਤਰੀ ਭਾਰਤ ਤੋਂ ਸੰਗਤ ਆਈ ਹੈ। ਸ੍ਰੀ ਕੀਰਤਪੁਰ ਸਾਹਿਬ ਵਿੱਚ ਬੜਾ ਵੱਡਾ ਮੇਲਾ ਲੱਗਾ ਜੀ। ਆਖੋ ਸ੍ਰੀ ਵਾਹਿਗੁਰੂ। ਅੱਜ ਕਮਾਈ ਵਾਲੇ ਪੁਰਸ਼ਾਂ ਦੀ ਘਾਟ ਹੈ। ਕਮਾਈ ਵਾਲੇ ਪੁਰਸ਼ ਨਹੀਂ ਲੱਭਦੇ ਜਿਹੜੇ ਭਜਨ ਬੰਦਗੀ ਵਾਲੇ ਹੋਣ। ਬਹੁਤ ਵਿਰਲੇ ਵਿਰਲੇ ਹਨ। ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪ ਸਰੀਰ ਕਰਕੇ ਸਨ, ਕੀਰਤਪੁਰ ਸਾਹਿਬ ਵਿੱਚ ਇੰਨੀ ਜ਼ਿਆਦਾ ਸੰਗਤ ਆਈ ਸੀਗੀ ਸਾਧ ਸੰਗਤ ਜੀ, ਹਰ ਇੱਕ ਵਾਸਤੇ ਉੱਥੇ ਪ੍ਰਬੰਧ ਨਹੀਂ ਸੀ ਹੋ ਸਕੇ ਜੀ। ਇੰਨਾ ਜ਼ਿਆਦਾ ਸੰਗਤ ਆਈ। ਇੱਥੋਂ ਪਤਾ ਲੱਗਦਾ ਵੀ ਮਹਾਰਾਜ ਜੀ ਦਾ ਕਿੰਨਾ ਪ੍ਰਭਾਵ ਸੀਗਾ ਜੀ। ਸਤਿਗੁਰੂ ਜੀ ਦੀ ਸ਼ਖਸੀਅਤ ਕੈਸੀ ਸੀਗੀ ਜੀ। ਬਹੁਤ ਸੰਗਤਾਂ ਆਈਆਂ, ਬੜੇ ਵੱਡੇ ਪੱਧਰ 'ਤੇ ਗੁਰਬਾਣੀ ਦਾ ਕੀਰਤਨ ਹੋਇਆ, ਗੁਰਬਾਣੀ ਜੀ ਦੀ ਕਥਾ ਵਿਚਾਰ ਹੋਈ, ਸੰਗਤਾਂ ਨੇ ਆਤਮਿਕ ਲਾਭ ਪ੍ਰਾਪਤ ਕੀਤੇ। ਇਹ ਕਥਾ ਜਿਹੜੀ ਹੈ ਉਹ ਤੁਸੀਂ ਸਾਧ ਸੰਗਤ ਜੀ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਹੈ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਸਭ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਜੋ ਦਾ ਬਲੀ। ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਵੱਡੇ ਯੋਧੇ ਹਨ। ਮਹਾਰਾਜ ਬਹੁਤ ਵੱਡੇ ਬਲੀ ਹਨ ਸੱਚੇ ਪਾਤਸ਼ਾਹ ਜੀ। ਬਸ ਭਗਤਨ ਕੇ ਨੀਤ। ਤੇ ਸਦਾ ਆਪਣੇ ਸਿੱਖਾਂ ਦੇ ਵਸ ਵਿੱਚ ਹਨ, ਆਪਣੇ ਪਿਆਰਿਆਂ ਦੇ ਵਸ ਵਿੱਚ ਹਨ। ਜਿਵੇਂ ਕੋਈ ਮਹਾਰਾਜ ਦਾ ਪਿਆਰਾ ਕਹਿੰਦਾ ਸੰਗਤ ਜੀ, ਮਹਾਰਾਜ ਫਿਰ ਉਹਨਾਂ ਦੇ ਅਨੁਸਾਰੀ ਹੋ ਜਾਂਦੇ ਹਨ ਜੀ। ਚੇਤਾ ਰੱਖਿਓ, ਗੁਰੂ ਸਾਹਿਬ ਉਹਨਾਂ ਦੇ ਵਸ ਵਿੱਚ ਹੁੰਦੇ ਜਿਹੜੇ ਗੁਰੂ ਸਾਹਿਬ ਦੇ ਵਸ 'ਚ ਹੁੰਦੇ ਆ ਜੀ। ਪਹਿਲਾਂ ਆਪਣਾ ਜੀਵਨ ਗੁਰੂ ਦੇ ਵਸ ਕਰਨਾ ਪੈਂਦਾ ਜੀ। ਬਹੁਤ ਸਾਰੇ ਅੜੇ ਹੋਏ ਕੰਮ ਜਿਹੜੇ ਆ ਨਾ, ਜਦੋਂ ਗੁਰੂ ਕੇ ਸਿੱਖ ਪੰਜ ਸਿੰਘ ਅਰਦਾਸ ਕਰਦੇ ਉਹ ਕੰਮ ਠੀਕ ਹੋ ਜਾਂਦਾ ਜੀ। ਕਿਉਂ ਠੀਕ ਹੁੰਦਾ ਜੀ? ਕਿਉਂਕਿ ਮਹਾਰਾਜ ਆਪਣੇ ਸਿੱਖਾਂ ਦੇ ਵਸ ਹਨ ਜੀ। ਗੁਰਸਿੱਖਾਂ ਦੀ ਅਰਦਾਸ ਨਹੀਂ ਮੋੜਦੇ ਮਹਾਰਾਜ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਦਾ ਹੀ ਆਪਣੇ ਪਿਆਰਿਆਂ ਦੇ ਵਸ ਹਨ। ਇੱਕ ਦਿਨ ਬੈਠੇ ਸਭਾ ਮਹਿ। ਇੱਕ ਦਿਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਸੰਗਤਾਂ ਵਿੱਚ ਬੈਠੇ ਹਨ। ਦਰਸ ਹੈ ਸਿੱਖ ਮੁਦ ਚੀਤ। ਗੁਰੂ ਕੇ ਸਿੱਖ ਬੜੀ ਖੁਸ਼ੀ ਨਾਲ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਬੜੀ ਖੁਸ਼ੀ ਦੇ ਨਾਲ, ਬੜੇ ਆਨੰਦ ਨਾਲ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ। ਚੌਪਈ ਕਿਨਹੂ ਖਬਰ ਆਏ ਤਬ ਦੀਨ। ਕਿਸੇ ਸਿੱਖ ਨੇ ਆ ਕੇ ਗੁਰੂ ਜੀ ਨੂੰ ਖਬਰ ਸੁਣਾਈ ਜੀ ਇੱਕ ਜੀ। ਗੋਇੰਦਵਾਲ ਬਾਸ ਜਿਨ ਕੀਨ। ਉਹ ਸਿੱਖ ਨਾ ਜੀ ਗੋਇੰਦਵਾਲ ਸਾਹਿਬ ਦਾ ਸੀਗਾ ਜੀ। ਗੋਇੰਦਵਾਲ ਸਾਹਿਬ ਦੇ ਰਹਿਣ ਵਾਲਾ ਸਿੱਖ ਸੀਗਾ ਜੀ ਉਹ। ਭੱਲਿਆਨ ਕੀ ਕੁਲ ਭਗਤ ਵਿਸਾਲਾ। ਤੇ ਭੱਲਿਆਂ ਦੀ ਕੁੱਲ ਦਾ ਭਗਤ ਸੀਗਾ ਜੀ ਉਹ। ਭਾਵ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੀ ਬੜੀ ਸੇਵਾ ਕਰਦਾ ਸੀਗਾ। ਸਿੱਖੀ ਕੀ ਪ੍ਰਕਾਸ਼ ਸਭ ਕਾਲਾ। ਤੇ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਨੇ ਗੁਰਸਿੱਖੀ ਦਾ ਵਿਸਥਾਰ ਵੀ ਬੜਾ ਕੀਤਾ ਜੀ। ਬੜੇ ਪ੍ਰੇਮੀਆਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਜੀ। ਸ਼੍ਰੀ ਗੁਰ ਅਮਰਦਾਸ ਕੀ ਅੰਸ਼। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਆਖੋ ਸਾਰੇ
ਫੇਰ ਆਖੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਬੜੇ ਵੱਡੇ ਸਤਿਗੁਰੂ। ਅੱਗੋਂ ਮੇਰੇ ਸਤਿਗੁਰੂ ਜੀ ਦਾ ਪਰਿਵਾਰ, ਗੁਰੂ ਜੀ ਦੇ ਅੰਸ਼ ਬੰਸ, ਸੁਤ ਪੋਤਰੇ ਨਾਤੀ ਬੜ ਬੰਸ। ਮਹਾਰਾਜ ਜੀ ਦੇ ਪੁੱਤਰ, ਪੋਤਰੇ, ਪੜਪੋਤਰੇ, ਬੜੇ ਵੱਡੀ ਕੁੱਲ ਹੈ ਜੀ ਹੈ ਜੀ। ਹਾਂਜੀ। ਮੋਹਨ ਅਪਰ ਮੋਹਰੀ ਜੇਈ। ਸਤਿਗੁਰੂ ਜੀ ਦੇ ਦੋ ਸਾਹਿਬਜ਼ਾਦੇ, ਬਾਬਾ ਜੀ ਬਾਬਾ ਮੋਹਨ ਜੀ ਤੇ ਬਾਬਾ ਜੀ ਬਾਬਾ ਮੋਹਰੀ ਜੀ। ਭਾ ਪਰਲੋਕ ਦੇਹ ਤਜ ਸੇਈ। ਉਹਨਾਂ ਨੇ ਆਪਣਾ ਸਰੀਰ ਤਿਆਗਿਆ ਜੀ। ਹਾਂਜੀ। ਵੇਖੋ, ਹੈ ਵੀ ਪੁਰਾਤਨ ਸਰੀਰ ਸਨ ਉਹਨਾਂ ਦੇ ਜੀ। ਬਾਬਾ ਮੋਹਨ ਜੀ ਤਾਂ ਬਹੁਤ ਵੱਡੇ ਭਗਤੀ ਵਾਲੇ ਸਨ ਜੀ। ਜਦੋਂ ਬੈਠਣਾ, ਸਮਾਧੀ ਵਿੱਚ ਬੈਠਣਾ, ਪਤਾ ਹੀ ਨਹੀਂ ਸੀ ਹੁੰਦਾ ਕਿ ਬਾਬਾ ਮੋਹਨ ਜੀ ਦੀ ਸਮਾਧੀ ਕਿਹੜੇ ਵੇਲੇ ਖੁੱਲਣੀ ਹੈ ਜੀ। ਬਹੁਤ ਮਹਾਨ ਤਪਸਵੀ ਸਰੀਰ ਬਾਬਾ ਜੀ ਬਾਬਾ ਮੋਹਨ ਜੀ ਦਾ ਸੀਗਾ। ਸੰਤ ਮਨੋਹਰ ਦਾਸ ਵਿਸਾਲਾ। ਹਾਂਜੀ। ਸੋ ਪੀ ਪਹੁੰਚਤ ਭਾਹਰ ਸ਼ਾਲਾ। ਗੋਇੰਦਵਾਲ ਸਾਹਿਬ 'ਚ ਇੱਕ ਗੁਰੂ ਦਾ ਪਿਆਰਾ ਸਿੱਖ ਰਹਿੰਦਾ ਸੀ, ਜਿਹਦਾ ਨਾਮ ਸੀ ਮਨੋਹਰ ਦਾਸ। ਆਖੋ ਵਾਹਿਗੁਰੂ। ਵਾਹਿਗੁਰੂ। ਮਨੋਹਰ ਦਾਸ ਨੂੰ ਸਾਰੇ ਸੰਤ ਹੀ ਕਹਿੰਦੇ ਹੁੰਦੇ ਸੀਗੇ ਜੀ। ਸੰਤ ਕਹਿੰਦੇ ਸਨ, ਕਿਉਂ? ਉਹਨਾਂ ਦੀ ਅਵਸਥਾ ਸੰਤਾਂ ਵਾਲੀ ਸੀਗੀ ਜੀ। ਉਹ ਵੀ ਸਰੀਰ ਤਿਆਗ ਚੁੱਕੇ ਸਨ ਜੀ। ਹਾਂਜੀ। ਸੁਨ ਕੈ ਸ੍ਰੀ ਗੁਰੂ ਹਰਗੋਬਿੰਦ। ਹਰਪੁਰ ਜਾਏ ਬਸੇ ਇਹ ਬ੍ਰਿੰਦ। ਤੇ ਗੁਰੂ ਦੇ ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਸੰਤ ਮਨੋਹਰ ਦਾਸ ਜੀ ਸਾਰੇ ਸਰੀਰ ਤਿਆਗ ਚੁੱਕੇ ਹਨ। ਹਾਂਜੀ। ਅਪਰ ਨਰਨ ਸਮ ਸ਼ੋਕ ਕਰਿਓ ਹੈ। ਹਾਂਜੀ। ਰੁਚਿਰ ਬਿਲੋਚਨ ਨੀਰ ਭਰਿਓ ਹੈ। ਸਾਰੇ ਸੱਚਖੰਡ ਚਲੇ ਗਏ ਹਨ। ਤੇ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਨਾ, ਤੇ ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਜੀ। ਨੇਤਰਾਂ ਚੋਂ ਜਲ ਵਹਿਣ ਲੱਗ ਪਿਆ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਆ। ਮਾਮਾ ਜੀ ਲੱਗਦੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀ ਲੱਗੇ ਜੀ? ਤੁਸੀਂ ਸਿਆਣੇ ਚ ਰਿਸ਼ਤੇਦਾਰੀ ਦਾ ਤੁਹਾਨੂੰ ਜ਼ਿਆਦਾ ਪਤਾ। ਕੀ ਲੱਗੇ ਜੀ? ਹਾਂਜੀ, ਪੜਮਾਮਾ ਜੀ ਲੱਗੇ ਜੀ। ਹਾਂਜੀ। ਤੇ ਬੜਾ ਪਿਆਰ ਸੀਗਾ ਜੀ, ਬਹੁਤ ਪਿਆਰ ਸੀਗਾ। ਤੇ ਇਕੱਲੇ ਰਿਸ਼ਤੇਦਾਰੀ ਕਰਕੇ ਨਹੀਂ, ਉਹ ਰੂਹਾਂ ਗੁਰਮੁਖ ਨੇ ਜੀ, ਰੂਹਾਂ ਗੁਰਮੁਖ ਨੇ। ਮਹਾਰਾਜ ਜੀ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਪਿਆ ਜੀ ਸੁਣ ਕੇ। ਪਹੁੰਚਤ ਹੈ ਰੁਮਾਲ ਕੇ ਸਾਥ। ਗੁਰੂ ਸਾਹਿਬ ਆਪਣੇ ਨੇਤਰ ਰੁਮਾਲ ਨਾਲ ਪੂੰਝਣ ਲੱਗੇ ਜੀ। ਹਾਂਜੀ। ਵਹਿਰ ਦਵਾਰ ਕੇ ਨਿਕਸੇ ਨਾਥ। ਤੇ ਗਰੀਬ ਨਵਾਜ ਉੱਠ ਕੇ ਨਾ ਜੀ ਬਾਹਰ ਨੂੰ ਤੁਰੇ ਜੀ। ਸੱਚੇ ਪਾਤਸ਼ਾਹ ਤਖਤ ਸਾਹਿਬ ਤੋਂ ਉੱਠ ਕੇ ਬਾਹਰ ਨੂੰ ਤੁਰੇ। ਬੈਠੇ ਅਪਰ ਨਰਨ ਸਮ ਸੋਏ। ਹਾਂਜੀ। ਸੁਨ ਸੁਨ ਆਏ ਬਸੇ। ਸੁਨ ਸੁਨ ਆਏ ਗਏ ਸਭ ਕੋਏ। ਹੋਰ ਮਨੁੱਖ ਜਿਹੜੇ ਬੈਠੇ ਸਨ, ਉਹਨਾਂ ਨੇ ਵੀ ਸੁਣੀ ਗੱਲ। ਆਏ, ਮੱਥਾ ਟੇਕ ਕੇ ਕਈ ਚਲੇ ਗਏ ਜੀ ਆਪਣੇ ਘਰਾਂ ਨੂੰ। ਥੇਰ ਸਭ ਮੈਂ ਤਬ ਗੁਰੂ ਅਗਾਧ। ਸੱਚੇ ਪਾਤਸ਼ਾਹ ਫਿਰ ਬੈਠ ਗਏ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਧਰੇ ਮੋਨਤਾ ਲੱਗੀ ਸਮਾਦ। ਮਹਾਰਾਜ ਚੁੱਪ ਹੋ ਗਏ ਜੀ ਗੱਲ ਸੁਣ ਕੇ। ਨੇਤਰ ਬੰਦ ਕਰ ਲਏ, ਚੌਂਕੜਾ ਵੱਜ ਗਿਆ ਤੇ ਸਮਾਧੀ ਲੱਗ ਗਈ ਜੀ ਮਹਾਰਾਜ ਦੀ। ਦੋਏ ਧਰੇ ਮੋਨਤਾ ਲੱਗੀ ਸਮਾਧ। ਚੁੱਪ ਕਰ ਲਿਆ, ਚੁੱਪ ਕਰਕੇ ਤੇ ਸਮਾਧੀ ਲੱਗ ਗਈ ਜੀ ਮਹਾਰਾਜ ਦੀ। ਹਾਂਜੀ। ਦੋਏ ਘਟਕਾ ਆਸਣ ਥਿਰ ਰਹੇ। 2 ਘੜੀਆਂ ਮਹਾਰਾਜ ਫਿਰ ਆਸਣ ਉੱਤੇ ਹੀ ਬੈਠੇ ਰਹੇ ਜੀ। 2 ਘੜੀਆਂ ਚੁੱਪ ਬੈਠੇ, ਕਿਸੇ ਨਾਲ ਗੱਲ ਨਹੀਂ ਕੀਤੀ ਜੀ। ਹਾਂਜੀ। ਲੋਚਨ ਮੁੰਦਨਾ ਤਨ ਸੁਧ ਅਹੇ। ਨੈਣ ਬੰਦ ਸਨ ਤੇ ਸਰੀਰ ਦੀ ਕੋਈ ਸੁੱਧ ਹੀ ਨਹੀਂ ਸੀ ਹੈਗੀ ਜੀ, ਵੀ ਕਿੱਥੇ ਸਰੀਰ ਬੈਠਾ ਸਾਡਾ। ਮਹਾਰਾਜ ਬਿਲਕੁਲ ਪਰਮੇਸ਼ਰ ਰੂਪ ਸਮਾਧੀ ਲਾਈ ਸੱਚੇ ਪਾਤਸ਼ਾਹ ਜੀ ਨੇ। ਰਹੇ ਅਡੋਲ ਅੰਗ ਤਿਸ ਕਾਲ। ਇੱਕ ਵੀ ਸਰੀਰ ਦਾ ਅੰਗ ਨਹੀਂ ਮਹਾਰਾਜ ਦਾ ਹਿੱਲਿਆ ਜੀ। ਸਰੀਰ ਦਾ ਇੱਕ ਵੀ ਅੰਗ ਨਹੀਂ ਹਿੱਲਿਆ।
ਮਹਾਰਾਜ ਬੈਠੇ ਹਨ। ਉਨ ਖੋਲੇ ਦ੍ਰਿਗ ਰੁਚਿਰ ਵਿਸਾਲ। ਫਿਰ 2 ਘੜੀਆਂ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਨੇ ਨੇਤਰ ਖੋਲੇ ਜੀ। ਹਾਂਜੀ। ਵਾਹ ਵਾਹ ਮੁਖ ਤੇ ਤਬ ਕਹਿਓ। ਤੇ ਜਦੋਂ ਮਹਾਰਾਜ ਨੇ ਨੇਤਰ ਖੋਲੇ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਾਹ 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 ਵਾਹ। ਮੁਖੋਂ ਮਹਾਰਾਜ ਨੇ ਆਖਿਆ, ਜਿਵੇਂ ਸਾਨੂੰ ਕੋਈ ਵਧੀਆ ਗੱਲ ਸੁਣਨ ਨੂੰ ਮਿਲੇ ਆਪਾਂ ਕਹਿ ਦਿੰਦੇ ਵਾਹ ਜੀ ਵਾਹ। ਮਹਾਰਾਜ ਨੇ ਵੀ ਮੁਖੋਂ ਵਾਹ ਵਾਹ 2 ਵਾਰੀ ਆਖਿਆ। ਦਾਸ ਮਨੋਹਰ ਵੱਡ ਪਦ ਲਹਿਓ। ਤੇ ਮਹਾਰਾਜ ਕਹਿਣ ਲੱਗੇ ਮਨੋਹਰ ਦਾਸ ਸੰਤ ਬੜੀ ਵੱਡੀ ਉੱਚੀ ਪਦਵੀ ਤੇ ਬੈਠ ਗਿਆ ਜਾ ਕੇ। ਆਖੋ ਵਾਹਿਗੁਰੂ। ਕਿਉਂ ਮਹਾਰਾਜ ਨੇ ਵੇਖ ਲਿਆ ਨਾ ਜੀ ਸਾਰਾ ਕੁਝ, ਸੱਚਖੰਡ ਦੇ ਵਿੱਚ ਵੇਖ ਲਿਆ ਸਾਰਾ ਕੁਝ। ਮਹਾਰਾਜ ਕਹਿਣ ਲੱਗੇ ਮਨੋਹਰ ਦਾਸ ਸੰਤ ਬਹੁਤ ਵੱਡੀ ਪਦਵੀ ਤੇ ਪਹੁੰਚ ਗਿਆ। ਹਾਂਜੀ। ਬੂਜਨ ਕੋ ਸਭ ਹੂਨ ਸੁਨਾਇਓ। ਹਾਂਜੀ। ਕੌਣ ਕਰਮ ਤਪ ਫਲ ਤਿਨ ਪਾਇਓ। ਮਹਾਰਾਜ ਕਹਿੰਦੇ ਸਿੱਖੋ ਭਲਾ ਦੱਸੋ ਹਾਂ ਮਨੋਹਰ ਦਾਸ ਇੰਨੀ ਵੱਡੀ ਪਦਵੀ ਤੇ ਕਿਉਂ ਪਹੁੰਚਿਆ। ਕਹਿੰਦੇ ਸੱਚਖੰਡ ਦੇ ਵਿੱਚ ਅਚਲ ਪਦਵੀ ਮੋਹਨਦਾਸ ਜੀ ਨੂੰ ਪ੍ਰਾਪਤ ਹੋਈ ਜੀ। ਵੇਖੋ ਸੰਗਤ ਜੀ, ਇਹ ਰੂਹਾਂ ਦੇ ਆਤਮਾਵਾਂ ਦੇ ਚੱਕਰ ਨੇ ਜੀ। ਸਰੀਰ ਤੇ ਇੱਥੇ ਰਹਿ ਜਾਣਾ, ਅੱਗੇ ਸਾਡੀ ਆਤਮਾ ਨੇ ਜਾਣਾ, ਤੇ ਵਿਰਲੇ ਹੀ ਆਤਮਾ ਬਾਰੇ ਸੋਚਦੇ ਆ, ਬਹੁਤੇ ਨਹੀਂ ਤੇ ਸੋਚਦੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਦੱਸ ਸਕਦਾ ਵੀ ਮਨੋਹਰ ਦਾਸ ਦੀ ਏਡੀ ਉੱਚੀ ਪਦਵੀ ਕਿਵੇਂ ਹੋਈ ਹੈ। ਕਸ਼ਮੀਰੀ ਇੱਕ ਸਿੱਖ ਵਿਸਾਲਾ। ਮਹਾਰਾਜ ਦੀ ਹਜ਼ੂਰੀ 'ਚ ਨਾ ਕਸ਼ਮੀਰ ਦਾ ਇੱਕ ਸਿੱਖ ਬੈਠਾ ਸੀਗਾ ਜੀ। ਗੁਰ ਟਿਗ ਰਹੇ ਸੋ ਨਾਮ ਕਮਾਲਾ। ਉਹ ਫਿਰ ਗੁਰੂ ਸਾਹਿਬ ਦੇ ਕੋਲ ਹੀ ਰਹਿੰਦਾ ਸੀ ਸਿੱਖ ਜੀ। ਤੇ ਉਸ ਸਿੱਖ ਦਾ ਨਾਮ ਪਤਾ ਕੀ ਸੀ? ਭਾਈ ਕਮਾਲਾ ਜੀ। ਆਖੋ ਵਾਹਿਗੁਰੂ। ਕਮਾਲਾ ਨਾਮ ਸੀਗਾ ਜੀ ਉਹਨਾਂ ਦਾ। ਤਿਨ ਕਰ ਜੋਰ ਕਹਿਓ ਸੁਨ ਸੁਆਮੀ। ਭਾਈ ਕਮਾਲਾ ਜੀ ਨੇ ਹੱਥ ਜੋੜ ਲਏ ਤੇ ਗੁਰੂ ਜੀ ਨੂੰ, ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ। ਸਭ ਕਿਛ ਜਾਣੋ ਅੰਤਰ ਜਾਮੀ। ਹੇ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਮਹਾਰਾਜ, ਤੁਸੀਂ ਸਾਰਾ ਕੁਝ ਹੀ ਜਾਣਦੇ ਹੋ। ਮਹਾਰਾਜ ਨੇ ਜੋ ਪੁੱਛਿਆ ਵੀ ਦੱਸੋ ਸੰਤ ਮਨੋਹਰ ਦਾਸ ਦੀ ਉੱਚੀ ਪਦਵੀ ਕਿਵੇਂ ਹੋਈ। ਚਾਹੀਦਾ ਜੇ ਕੋਈ ਤਾਂ ਗਿਆ ਤਾਂ ਉਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਵੀ ਇਹ ਕਿਉਂ ਗਿਆ ਜੀ। ਆਖੋ ਵਾਹਿਗੁਰੂ। ਤੇ ਜੇ ਕੋਈ ਤਾਂ ਤੋਂ ਹੇਠਾਂ ਗਿਆ ਉਹਦੇ ਬਾਰੇ ਵੀ ਵਿਚਾਰ ਕਰਨੀ ਚਾਹੀਦੀ ਵੀ ਇਹ ਥੱਲੇ ਕਿਉਂ ਗਿਆ, ਪ੍ਰਮੋਸ਼ਨ ਕਿਉਂ ਹੋਈ ਹੈ ਤੇ ਡਿਮੋਸ਼ਨ ਕਿਉਂ ਹੋਈ ਹੈ, ਕੀ ਕਾਰਨ ਹੈਗਾ ਜੀ। ਜਦੋਂ ਬੰਦਾ ਕਾਰਨ ਲੱਭਦਾ ਫਿਰ ਆਪਣੇ ਵੱਲ ਵੀ ਧਿਆਨ ਜਾਂਦਾ ਜੀ ਵੀ ਅਸੀਂ ਕਿੱਥੇ ਕੁ ਖਲੋਤੇ ਹੈਗੇ ਆ। ਮਹਾਰਾਜ ਜੀ ਨੂੰ ਭਾਈ ਕਮਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੂੰ ਸਾਰੀ ਗੱਲ ਦਾ ਪਤਾ ਮਹਾਰਾਜ, ਤੁਸੀਂ ਅੰਤਰਜਾਮੀ ਹੋ। ਤਉ ਦਾਸ ਕੇ ਗੁਣ ਬਿਦਤਾਵਨ। ਪਰ ਮੈਨੂੰ ਪਤਾ ਤੁਸੀਂ ਪੁੱਛ ਕਿਉਂ ਰਹੇ ਆ, ਤਾਂ ਕਿ ਸੰਤ ਮਨੋਹਰ ਦਾਸ ਦੇ ਗੁਣਾਂ ਬਾਰੇ ਪਤਾ ਲੱਗੇ ਸੰਗਤ ਨੂੰ। ਹੁਣ ਜਿੰਨੇ ਤੁਸੀਂ ਕਥਾ ਸੁਣ ਰਹੇ ਹੋ, ਮੇਰੇ ਖਿਆਲ ਨਾਲ ਆਪਾਂ ਸਾਰਿਆਂ ਨੇ ਪਹਿਲੀ ਵਾਰੀ ਉਹਨਾਂ ਦਾ ਨਾਂ ਸੁਣਿਆ ਜੀ। ਮਨੋਹਰ ਦਾਸ ਵੀ ਕੋਈ ਸਿੱਖ ਹੋਏ ਆ, ਤੇ ਜਿਨ੍ਹਾਂ ਦਾ ਨਾਮ ਹੀ ਪਹਿਲੀ ਵਾਰੀ ਸੁਣਿਆ ਉਹਨਾਂ ਦੇ ਗੁਣ ਕਿਵੇਂ ਪਤਾ ਹੋਣਗੇ। ਭਾਈ ਕਮਾਲਾ ਜੀ ਕਹਿੰਦੇ ਮਹਾਰਾਜ ਤੁਸੀਂ ਤਾਂ ਪੁੱਛ ਰਹੇ ਹੋ ਤਾਂ ਕਿ ਸੰਤ ਮਨੋਹਰ ਦਾਸ ਦੇ ਗੁਣ ਸਭ ਨੂੰ ਪਤਾ ਲੱਗ ਸਕਣ। ਬੂਝਤ ਹੋ ਮੈਂ ਕਰੋ ਸੁਨਾਵਨ। ਇਸ ਕਰਕੇ ਮੈਂ ਦੱਸਦਾ ਮਹਾਰਾਜ, ਆਪ ਦੀ ਕਿਰਪਾ ਕਰਕੇ ਸੁਣੋ। ਸ਼੍ਰੀ ਗੁਰ ਅਰਜਨ ਕੋਲੇ ਗੋਦ। ਹਾਂਜੀ। ਰਹਿਓ ਖਿਲਾਵਤ ਪਾਏ ਪ੍ਰਮੋਦ। ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਸਾਰੇ ਵਾਹਿਗੁਰੂ। ਸੰਤ ਮਨੋਹਰ ਦਾਸ ਮਹਾਰਾਜ ਉਹ ਗੁਰੂ ਦੇ ਪਿਆਰੇ ਹਨ ਜਿਨ੍ਹਾਂ ਨੇ ਆਪ ਜੀ ਦੇ ਪਿਤਾ ਜੀ ਨੂੰ ਆਪਣੀ ਗੋਦ ਵਿੱਚ ਖਿਡਾਇਆ ਹੈ ਜੀ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਗੋਦ 'ਚ ਖਿਡਾਇਆ ਜੀ। ਤੇ ਨਿਰਾ ਖਿਡਾਇਆ ਹੀ ਨਹੀਂ, ਰਹਿਓ ਖਿਲਾਵਤ ਪਾਏ ਪ੍ਰਮੋਦ। ਮਹਾਰਾਜ ਬੜੇ ਖੁਸ਼ੀ ਦੇ ਨਾਲ
ਉਹ ਗੁਰੂ ਅਰਜਨ ਸਾਹਿਬ ਜੀ ਨੂੰ ਭੋਜਨ ਛਕਾਉਂਦੇ ਰਹੇ ਜੀ, ਜਿਵੇਂ ਬਾਲਾਂ ਨੂੰ ਛਕਾਈਦਾ ਜੀ। ਹਾਂਜੀ, ਇਕ ਤੋ ਇਹੋ ਸ਼ੁਭ ਕਰਮ ਮਹਾਨਾ। ਸਭ ਤੋਂ ਪਹਿਲਾਂ ਤਾਂ ਇਹ ਵੱਡਾ ਕੰਮ ਹੈਗਾ ਜੀ। ਸੰਗਤ ਜੀ, ਬੰਦੇ ਨੂੰ ਇੱਕ ਗੱਲ ਦੀ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਕਿ ਮੈਂ ਜਿਹੜੇ ਕੰਮ ਕਰ ਰਿਹਾ ਇਹ ਮਹਾਨ ਨੇ ਜਾਂ ਨੀਵੇਂ ਨੇ? ਤੇ ਜੇ ਮਹਾਨ ਕੰਮ ਹੈ ਤਾਂ ਕਿਹੜੇ ਕਿਹੜੇ ਨੇ? ਚੰਗੇ ਕੰਮ ਕਿਹੜੇ ਕਿਹੜੇ ਹੋ ਰਹੇ ਨੇ? ਭਾਈ ਕਮਾਲਾ ਜੀ ਕਹਿੰਦੇ ਸਭ ਤੋਂ ਪਹਿਲਾ ਤੇ ਮਹਾਨ ਕੰਮ ਇਹ ਹੈ ਕਿ ਸੰਤ ਮਨੋਹਰ ਦਾਸ ਗੁਰੂ ਅਰਜਨ ਸਾਹਿਬ ਜੀ ਨੂੰ ਆਪ ਖਿਡਾਉਂਦੇ ਰਹੇ ਨੇ, ਆਪਣੀ ਗੋਦ 'ਚ ਪਾ ਕੇ ਭੋਜਨ ਛਕਾਉਂਦੇ ਰਹੇ ਹੈ। ਅਪਰ ਸੁਨਹੁ ਜੋ ਤਿਸ ਕ੍ਰਿਮ ਠਾਨਾ। ਤੇ ਹੋਰ ਵੀ ਸੁਣੋ ਮਹਾਰਾਜ, ਹੋਰ ਕਿਹੜੀ ਕਿਹੜੀ ਕਿਰਤ ਕਰਦੇ ਰਹੇ, ਕੰਮ ਕਰਦੇ ਰਹੇ। ਗੁਰ ਅਮਰ ਜੀ ਸੇਵਨ ਕਰੇ। ਬੇ ਸੰਤ ਮਨੋਹਰ ਦਾਸ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਵੀ ਬੜੀ ਸੇਵਾ ਕੀਤੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇੱਕ ਦਿਨ ਇਹ ਪੰਕਤੀ ਪੜ੍ਹਦਾ ਪੜ੍ਹਦਾ ਮੈਂ ਆਪਦੇ ਮਨ ਨੂੰ ਪੁੱਛਿਆ ਵੀ ਵਿਸ਼ਾਲ ਸਿਆ, ਗੁਰੂ ਦੀ ਸੇਵਾ ਨਾ ਤੇ ਤੇਰੇ ਕੋਲ ਚੰਗੀ ਤਰ੍ਹਾਂ ਹੁੰਦੀ ਹੈ, ਤੇ ਜੇ ਥੋੜੀ ਬਹੁਤੀ ਕਰਨ ਦਾ ਯਤਨ ਵੀ ਕਰਦਾ ਤੇ ਹਉਮੈ ਤੇ ਹੋਰ ਵੱਡੀ ਹੋ ਰਹੀ ਹੈ ਜੀ, ਹੰਕਾਰ ਤੇ ਹੋਰ ਵੱਧ ਰਿਹਾ ਜੀ। ਇਹ ਬੜਾ ਹੀ ਔਖਾ ਕੰਮ ਹੈ, ਬੜਾ ਹੀ ਔਖਾ ਕੰਮ ਹੈ। ਪਰ ਜੇ ਗੁਰੂ ਸਾਹਿਬ ਕਰਾ ਲੈਣ ਤੇ ਸੌਖਾ ਕੰਮ ਵੀ ਬੜਾ ਹੈਗਾ ਜੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਸੰਤ ਮਨੋਹਰ ਦਾਸ ਜੀ। ਪੂਰਨ ਮਾਸੀ ਮੇਲਾ ਭਰੇ। ਤੇ ਜਦੋਂ ਪੁੰਨਿਆਂ ਦੇ ਪੁੰਨਿਆਂ ਮੇਲਾ ਲੱਗਦਾ ਹੁੰਦਾ ਸੀਗਾ, ਤਬੈ ਪ੍ਰੀਤ ਤਰ ਕਰੇ ਆਹਾਰਾ। ਤੇ ਫਿਰ ਤਬਹਿ ਪ੍ਰੀਤ ਧਰ ਕਰਹਿ ਆਹਾਰਾ। ਮਹਾਰਾਜ ਬੜੇ ਪਿਆਰ ਨਾਲ ਸੰਤ ਮਨੋਹਰ ਦਾਸ ਜੀ ਲੰਗਰ ਤਿਆਰ ਕਰਦੇ ਆ, ਲੰਗਰ ਤਿਆਰ ਕਰਦੇ ਆ। ਇਹ ਸੇਵਾ ਸਾਧ ਸੰਗਤ ਜੀ। ਹਾਂਜੀ, ਅਨੇਕ ਪ੍ਰਕਾਰਨ ਕੀ ਕਰ ਤਿਆਰਾ। ਬੜੇ ਤਰ੍ਹਾਂ ਦੇ ਭੋਜਨ ਪ੍ਰਸ਼ਾਦੇ ਤਿਆਰ ਕਰਕੇ। ਹਾਂਜੀ, ਸ਼੍ਰੀ ਗੁਰ ਅਮਰ ਕੀਰ ਸੰਤਾਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਮਹਾਰਾਜ ਜੀ ਦੇ ਪਰਿਵਾਰ ਨੂੰ, ਸਤਿਗੁਰੂ ਜੀ ਦੇ ਸਿੱਖਾਂ ਨੂੰ ਤਿਨੇ ਅਚਾਵੇਂ ਕਰ ਕਰ ਮਾਨ। ਤੇ ਬੜੇ ਮਾਣ ਨਾਲ ਉਹਨਾਂ ਨੂੰ ਛਕਾਉਂਦੇ। ਮਾਣ ਦਾ ਅਰਥ ਇੱਥੇ ਅਰਥ ਹੈ ਪ੍ਰੇਮ। ਆਖੋ ਵਾਹਿਗੁਰੂ। ਬੜੇ ਪ੍ਰੇਮ ਨਾਲ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ। ਤੇ ਅਸੀਂ ਸਾਰੇ ਆਪਣੇ ਮਨ 'ਚ ਵਿਚਾਰੀਏ, ਆਪਾਂ ਕਿੰਨਾ ਕੁ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕਰਕੇ ਕਦੀ ਕਿਸੇ ਸਿੱਖ ਦੀ ਸੇਵਾ ਕੀਤੀ ਜੀ। ਉਹ ਬੀਬੀਆਂ ਦੀ ਡਿਊਟੀ ਲਾ ਦਿੰਦੇ ਵੀ ਚਲੋ ਤਗੜੀਆਂ ਹੋ ਜਾਓ ਤੇ ਕਰੋ ਸੇਵਾ। ਹਾਂਜੀ, ਤੇ ਕੋਈ ਗੱਲ ਨਹੀਂ, ਆਪਾਂ ਸਲਾਦ ਹੀ ਕੱਟ ਦਿਆ ਕਰੀਏ। ਉਹ ਵੀ ਤਾਂ ਸੇਵਾ ਨਾ ਜੀ। ਸੰਗਤਾਂ ਨੇ ਪ੍ਰਸ਼ਾਦਾ ਛਕਣਾ, ਸਿੰਘਾਂ ਨੇ ਪ੍ਰਸ਼ਾਦਾ ਛਕਣਾ, ਆਪਾਂ ਪ੍ਰੇਮ ਨਾਲ ਸਲਾਦ ਹੀ ਕੱਟ ਦਿਆ ਕਰੀਏ। ਇਹ ਵੀ ਸੇਵਾ ਜੀ। ਸਬਜ਼ੀ ਕੱਟ ਦਿਆ ਕਰੀਏ, ਬਣਾਉਣੀ ਨਹੀਂ ਆਉਂਦੀ, ਕੱਟ ਤੇ ਸਕਦੇ ਆ ਨਾ ਜੀ। ਪਿਆਰ ਨਾਲ ਮਹਾਰਾਜ ਇਹ ਸੰਗਤਾਂ ਦੀ ਸੇਵਾ ਕਰਦੇ ਰਹੇ ਸੰਤ ਮਨੋਹਰ ਦਾਸ ਜੀ। ਮਨ ਭਾਵਤ ਦੇ ਮੋਦ ਪ੍ਰਬੀਨ। ਫਿਰ ਜੋ ਕਿਸੇ ਨੇ ਮੰਗਣਾ ਉਹੋ ਹੀ ਬਣਾ ਕੇ ਦੇਣਾ ਉਹਨਾਂ ਨੂੰ, ਤੇ ਬੜੀ ਖੁਸ਼ੀ ਦੇ ਨਾਲ ਬਣਾਉਣਾ। ਲੰਗਰਾਂ ਦੀ ਸੇਵਾ ਕਰਦੇ ਸੀਗੇ ਬਾਬਾ ਮਨੋਹਰ ਦਾਸ ਜੀ। ਪੁਨ ਪਹਿਰਾਵਹਿ ਬਸਤਰ ਨਵੀਨ। ਫਿਰ ਮੌਕਾ ਲੱਗਣਾ ਤੇ ਗੁਰੂ ਸਾਹਿਬ ਜੀ ਉਹ ਸਿੱਖਾਂ ਨੂੰ ਬਸਤਰ ਵੀ ਦਿੰਦੇ ਹੁੰਦੇ ਸੀਗੇ। ਆਖੋ ਵਾਹਿਗੁਰੂ। ਕਿੰਨੇ ਚੰਗੇ ਗੁਣ ਨੇ ਜੀ। ਮਹਾਰਾਜ ਕਿਰਪਾ ਕਰਨ। ਸੁਣਦਿਆਂ ਸੁਣਦਿਆਂ ਇੱਕ ਹੀ ਕਰਨ ਦਾ ਯਤਨ ਕਰ ਲਈਏ ਜੀ। ਇੱਕ ਹੀ ਜੀ, ਉਹੋ ਹੀ ਬੜਾ ਜੀ। ਹਾਂਜੀ, ਤਿਨ ਕੋ ਸੇਵਹਿ ਅਨਕ ਪ੍ਰਕਾਰੇ। ਹਾਂਜੀ, ਕਰਹਿ ਕੀਰਤਨ ਜਾਏ ਚੁਬਾਰੇ। ਤੇ ਫਿਰ ਮਹਾਰਾਜ ਜਦੋਂ ਸੰਗਤਾਂ ਦੀ ਸੇਵਾ ਕਰਕੇ
ਵੇਲ ਮਿਲਣਾ ਤੇ ਸੰਤ ਮਨੋਹਰ ਦਾਸ ਜੀ ਨੇ ਚੌਬਾਰਾ ਸਾਹਿਬ ਜਾ ਕੇ ਗੁਰਬਾਣੀ ਦਾ ਕੀਰਤਨ ਵੀ ਕਰਨਾ। ਗੋਣੀ ਗੋਣ ਹੈਗੇ ਜੀ, ਇਹ ਗੋਣੀ ਨੇ ਸਾਰੇ ਜੀ। ਕਬਹਿ ਬਾਵਲੀ ਬੈਠੇ ਆਏ, ਤੇ ਕਦੀ ਕਦੀ ਫਿਰ ਬੌਲੀ ਸਾਹਿਬ ਵੀ ਆ ਕੇ ਬਹਿ ਜਾਂਦੇ ਸੀਗੇ ਜੀ। ਆਸਾ ਵਾਰ ਸ਼ਬਦ ਜੁਤ ਗਾਏ, ਤੇ ਗੁਰਸਿੱਖਾਂ ਨੂੰ ਨਾਲ ਲੈ ਕੇ ਜੋਟੀਆਂ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਆਸਾ ਦੀ ਵਾਰ ਪੜਿਆ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਜੇ। ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ। ਵੇਖੋ ਕਿੰਨੀ ਖੇਚਲ। ਮਤਲਬ ਬਾਬਾ ਮਨੋਹਰ ਦਾਸ ਜੀ ਨਾ ਜੀ ਲਾਈ ਰੱਖਦੇ ਸੀਗੇ, ਲਾਈ ਰੱਖਦੇ ਸੀ ਆਪਣੇ ਆਪ ਨੂੰ। ਬੜਾ ਜ਼ਰੂਰੀ ਹੈਗਾ। ਪ੍ਰੇਮ ਨਾਲ ਸਾਰੇ ਕਹੋ ਸ੍ਰੀ ਵਾਹਿਗੁਰੂ। ਕਿਉਂ ਜ਼ਰੂਰੀ ਹੈਗਾ ਇਹਦਾ ਕਾਰਨ ਸੁਣਿਓ। ਮਨ ਬੜਾ ਗਧਾ ਹੈਗਾ ਜੀ। ਗੁਰਬਾਣੀ 'ਚ ਲਿਖਿਆ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ। ਇਹਨੂੰ ਕਹੇ ਨਾ ਕਹੇ ਬਾਣੀ ਭਜਨ 'ਚ ਲਾਈ ਰੱਖਣਾ ਚਾਹੀਦਾ ਜੀ। ਹੁਣ ਮੰਨ ਲਓ ਵੀ 5 ਬਾਣੀਆਂ ਦਾ ਨਿਤਨੇਮ ਹੋ ਗਿਆ ਤੇ ਬਸ ਬੜਾ ਜੀ। ਕੋਸ਼ਿਸ਼ ਕਰੋ ਨਹੀਂ ਮੈਂ ਇੰਨਾ ਗੁਰਮੰਤਰ ਜਪਦਾ, ਇੰਨੇ ਪਾਠ ਜਪਜੀ ਸਾਹਿਬ ਦੇ ਕਰਾਂ। ਕਿਉਂ? ਥੋੜਾ ਜਿਹਾ ਵੀ ਮਨ ਨੂੰ ਵੇਲ ਮਿਲ ਜੇ ਨਾ ਜੀ, ਥੋੜਾ ਜਿਹਾ ਵੀ ਵੇਲ ਮਿਲ ਜੇ, ਇਹ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਜੀ। ਇਹਨੇ ਸੋਚਾਂ ਪੁੱਠੀਆਂ ਸੋਚਣੀਆਂ ਸ਼ੁਰੂ ਕਰ ਦੇਣੀਆਂ। ਇਹਦੇ ਤੋਂ ਚੰਗਾ ਵੀ ਇਹ ਵੇਲਾ ਹੀ ਨਾ ਰਵੇ। ਇਹਨੂੰ ਨੱਪ ਕੇ ਰੱਖੇ ਬੰਦਾ ਜੀ। ਮਨ ਨੂੰ ਨਾ ਨੱਪ ਕੇ ਰੱਖੇ ਵੀ ਆਹ ਵੀ ਬਾਣੀ ਪੜ, ਆਹ ਵੀ ਪੜ, ਆਹ ਵੀ ਸੇਵਾ ਕਰ, ਹੋਰ ਕੁਝ ਸੋਚਣ ਦਾ ਮੌਕਾ ਹੀ ਨਾ ਮਿਲੇ। ਤੇ ਜਦੋਂ ਹੋਰ ਕੁਝ ਸੋਚਣ ਦਾ ਮੌਕਾ ਹੀ ਨਹੀਂ ਮਿਲੇਗਾ ਤੇ ਫਿਰ ਗਲਤ ਕੰਮਾਂ ਤੋਂ ਆਪੇ ਬਚ ਜਾਵੇਗਾ। ਆਖੋ ਧੰਨ ਬਾਬਾ ਮਨੋਹਰ ਦਾਸ ਜੀ। ਧੰਨ ਬਾਬਾ ਮਨੋਹਰ ਦਾਸ ਜੀ। ਹਾਂਜੀ, ਬਾਬਾ ਮਨੋਹਰ ਦਾਸ ਜੀ ਨੇ ਆਪਣੇ ਆਪ ਨੂੰ ਲਾਇਆ ਜੀ ਇਸ ਪਾਸੇ, ਲਾਇਆ ਇਸ ਪਾਸੇ। ਬਾਬਾ ਮਨੋਹਰ ਦਾਸ ਜੀ ਵਿਹਲੇ ਨਹੀਂ ਬਹਿੰਦੇ ਜੀ। ਸੇਵਾ ਕਰਨੀ, ਗੁਰੂ ਅਮਰਦਾਸ ਜੀ ਦੇ ਪਰਿਵਾਰ ਦੀ ਸੇਵਾ ਕਰਨੀ। ਬਜ਼ੁਰਗ ਹੋ ਗਏ ਜੀ, ਹਾਂਜੀ, ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਉਥੋਂ ਵਿਹਲੇ ਹੋ ਗਏ ਤੇ ਚੌਬਾਰਾ ਸਾਹਿਬ ਜਾ ਕੇ ਕੀਰਤਨ ਕਰਨਾ। ਚੌਬਾਰਾ ਸਾਹਿਬ ਤੋਂ ਕੀਰਤਨ ਕਰਕੇ ਵਿਹਲੇ ਹੋਏ ਤੇ ਫਿਰ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਜੀ। ਇੱਕੋ ਹੀ ਤਰੀਕਾ ਹੈਗਾ। ਗੁਰੂ ਸਾਹਿਬ ਅੱਗੇ ਅਰਦਾਸ ਕਰੋ ਵੀ ਮਨ ਨੂੰ ਨਾ ਲਾਈ ਰੱਖਣਾ, ਲਾਈ ਰੱਖਣਾ, ਇਹਨੂੰ ਵਿਹਲਾ ਨਹੀਂ ਛੱਡਣਾ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਜਦੋਂ ਵਿਹਲਾ ਛੱਡਿਆ ਨਹੀਂ ਉਦੋਂ ਇਹਨੇ ਖਰਾਬੀ ਕੀਤੀ ਨਹੀਂ ਜੀ। ਉਹ ਖੋਤੇ ਨੂੰ ਛੱਡ ਦਿਓ ਹਾਂ ਵਿਹਲਾ, ਤੇ ਤੁਹਾਨੂੰ ਪਤਾ ਹੀ ਆ ਵੀ ਖੋਤਾ ਕੀ ਕੀ ਕਰਦਾ ਜੀ। ਇਸ ਕਰਕੇ ਬਾਣੀ ਵਿੱਚ ਮਹਾਰਾਜ ਇਸ ਮਨ ਨੂੰ ਖੋਤਾ ਵੀ ਕਹਿੰਦੇ ਆ। ਵੇਖੋ ਬੰਦੇ ਦਾ ਮਨ ਤੇ ਮਹਾਰਾਜ ਖੋਤੇ ਦੇ ਨਾਲ ਤਸ਼ਬੀਹ ਦੇ ਦਿੰਦਾ ਜੀ। ਖੋਤੇ ਨਾਲ ਜੀ ਇੱਥੋਂ ਬੰਦਾ ਸਮਝ ਲੈ ਵੀ ਮੈਨੂੰ ਕਿੰਨਾ ਕੁ ਮਹਾਰਾਜ ਬੰਦਾ ਸਮਝਦੇ ਹੋਣਗੇ। ਬਾਬਾ ਜੀ ਲਾਈ ਰੱਖਦੇ, ਲਾਈ ਰੱਖਦੇ। ਭਾਈ ਕਮਾਲਾ ਜੀ ਗੁਣ ਦੱਸਣ ਦੇ ਆ। ਕਹਿੰਦੇ ਮਹਾਰਾਜ ਕਰਹਿ ਬਾਵਲੀ ਬੈਠੇ, ਕਬਹਿ ਬਾਵਲੀ ਆਵਹਿ ਬੈਠੇ, ਆਸਾ ਵਾਰ ਸ਼ਬਦ ਜੁਤ ਗਾਏ। ਸੰਗਤਾਂ ਨੂੰ ਨਾਲ ਲੈ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗ ਪੈਂਦੇ। ਹਾਂਜੀ, ਗੁਰੂ ਅਮਰ ਸੰਤਤ ਕੇ ਪਾਸ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬੱਚਿਆਂ ਕੋਲ, ਮਹਾਰਾਜ ਦੇ ਪੁੱਤਰਾਂ ਦੇ ਕੋਲ ਕਰ ਗੁਰ ਭਗਤ ਮਨੋਹਰ ਦਾਸ। ਤੇ ਗੁਰੂ ਦੀ ਭਗਤੀ ਕੀਤੀ ਬਾਬੇ ਮਨੋਹਰ ਦਾਸ ਜੀ ਨੇ। ਆਖੋ ਪ੍ਰੇਮ ਨਾਲ। ਸੰਗਤ ਜੀ, ਮੈਂ ਗੁਰਮੁਖਾਂ ਦਾ ਜੀਵਨ ਸੁਣ ਰਿਹਾ ਸਾਂ। ਉਹ ਕਹਿੰਦੇ ਨਿਤਨੇਮ ਤੋਂ ਵਿਹਲੇ ਹੋਵੋ ਤੇ ਗੁਰਮੰਤਰ ਤੇ ਮੂਲ ਮੰਤਰ 'ਚ ਹੀ ਮਨ ਨੂੰ ਲਾ ਲਿਆ ਕਰੋ। ਵਿਹਲੇ ਨਹੀਂ ਬਹਿਣ ਦੇਣਾ। ਗੁਰਮੰਤਰ ਮੂਲ ਮੰਤਰ 'ਚ ਲਾ ਲਓ। ਜਦੋਂ ਪਤਾ ਲੱਗੇ ਵੀ ਹੁਣ ਵੇਲ ਹੈ, ਬਸ ਸ਼ੁਰੂ ਕਰ ਦੋ। ਇਹਨੂੰ ਸੋਚਣ ਨਹੀਂ ਦੇਣਾ ਕੁਛ ਜੀ, ਸੋਚਣ ਨਹੀਂ ਦੇਣਾ। ਕਾਰ ਸੇਵਾ ਵਾਲੇ ਗੁਰਮੁਖ ਪਿਆਰੇ ਬਾਬਾ ਉੱਤਮ ਸਿੰਘ ਜੀ ਹੋਏ ਹੈ।
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਬਾਬਾ ਉੱਤਮ ਸਿੰਘ ਜੀ ਦਾ ਮਿਲਾਪ ਹੋਇਆ ਜੀ। ਤੇ ਮਹਾਂਪੁਰਖਾਂ ਨੇ ਸੁਭਾਵਕ ਹੀ ਪੁੱਛਿਆ, ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ, ਕਿ ਬਾਬਾ ਜੀ ਵਕਾਰ ਤੇ ਨਹੀਂ ਤੰਗ ਕਰਦੇ? ਇਹ ਸਾਹ ਨਹੀਂ ਨਾ ਲੈਂਦੇ, ਇਹ ਬੰਦੇ ਨੂੰ ਲਾਈ ਰੱਖਦੇ ਆ। ਤੇ ਸੰਤ ਜਰਨੈਲ ਸਿੰਘ ਜੀ ਨੇ ਉੱਤਰ, ਵਾਹਿਗੁਰੂ ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਉੱਤਰ ਦਿੱਤਾ, ਗਿਆਨੀ ਜੀ, ਸੰਤ ਜੀ, ਵਕਾਰ ਤੰਗ ਉਹਨੂੰ ਕਰਨ ਜਿਹਨੇ ਖਾ ਕੇ ਵਿਹਲੀਆਂ ਤੇ ਸੁੱਤੇ ਰਹਿਣਾ, ਉਹਨੂੰ ਤੇ ਵਕਾਰ ਕਰਦੇ ਤੰਗ, ਤੇ ਜਿਹਨੇ ਸਾਰੀ ਦਿਹਾੜੀ ਟੋਕਰੀ ਢੋਣੀ ਉਹਨੂੰ ਵਕਾਰ ਇੱਥੇ ਆ ਕੇ ਕੀ ਕਰੇਗਾ? ਕਹਿੰਦੇ ਸਰੀਰ ਇੰਨਾ ਥੱਕ ਜਾਂਦਾ ਹੈ, ਰਾਤ ਨੂੰ ਭਾਵੇਂ ਬਜਰੀ ਤੇ ਵੀ ਲੰਮੇ ਪੈ ਜਾਈਏ ਤੇ ਉੱਥੇ ਵੀ ਨੀਂਦ ਆ ਜਾਂਦੀ, ਮਾੜਾ ਸੋਚ ਆਉਣ ਦਾ ਸਮਾਂ ਹੀ ਨਹੀਂ ਹੈਗਾ, ਕਹਿੰਦੇ ਸਮਾਂ ਹੀ ਨਹੀਂ ਹੈਗਾ। ਇਹ ਦਾਸ ਤਾਂ ਬੇਨਤੀ ਕਰ ਰਿਹਾ ਵੀ ਬਾਬਾ ਮਨੋਹਰ ਦਾਸ ਜੀ ਦਾ ਜੀਵਨ ਬੜਾ ਉੱਤਮ ਹੈ, ਬੜਾ ਉੱਚਾ ਹੈ। ਹਾਂਜੀ, ਇਨ ਸ਼ੁਭ ਕਰਮਨ ਕੋ ਫਲ ਹੋਵਾ। ਇਸ ਕਰਕੇ ਮਹਾਰਾਜ ਇੰਨੇ ਸ਼ੁਭ ਕਰਮ ਬਾਬਾ ਜੀ ਬਾਬਾ ਮਨੋਹਰ ਦਾਸ ਜੀ ਕਰਦੇ ਤੇ ਉਹਨਾਂ ਦਾ ਫਲ ਮਿਲਿਆ ਉਹਨਾਂ ਨੂੰ। ਲਹਿਓ ਮਹਾਪਦ ਜੋ ਤੁਮ ਜੋਵਾ। ਜਿਹੜੀ ਮਹਾਨ ਪਦਵੀ ਆਪ ਜੀ ਨੇ ਨੇਤਰ ਬੰਦ ਕਰਕੇ ਦੇਖੀ ਉਹ ਤਾਂ ਮਿਲੀ ਹੈ। ਖੇਚਲ ਤੇ ਕਰਨੀ ਪੈਂਦੀ ਹੈ ਸਾਧ ਸੰਗਤ ਜੀ। ਹਾਂਜੀ, ਕਹੇ ਆਪ ਕੇ ਹਮਨੇ ਜਾਣਿਓ, ਹਾਂਜੀ, ਇਸ ਪ੍ਰਕਾਰ ਤਪ ਤਿਸਨੇ ਠਾਨਿਓ। ਸੱਚੇ ਪਾਤਸ਼ਾਹ ਇਹ ਤੁਸਾਂ ਹੀ ਦੱਸਿਆ ਸੀ ਇੱਕ ਦਿਨ, ਤਾਂ ਸਾਨੂੰ ਪਤਾ ਲੱਗਾ ਕਿ ਸੰਤ ਬਾਬਾ ਮਨੋਹਰ ਦਾਸ ਜੀ ਬੜਾ ਹੀ ਨਾਮ ਜਪਦੇ, ਬੜੀ ਸੇਵਾ ਕਰਦੇ, ਤਪ ਕਰਦੇ ਰਹਿੰਦੇ। ਹਾਂਜੀ, ਇਮ ਸੁਨ ਕੈ ਸ਼੍ਰੀ ਹਰਗੋਬਿੰਦ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਚਨ ਸੁਣੇ, ਬੋਲੇ ਬਾਕ ਸੁਨਾਵਤ ਬ੍ਰਿੰਦ। ਮਹਾਰਾਜ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਸ਼੍ਰੀ ਗੁਰ ਅਮਰਦਾਸ ਸੰਤਾਨ। ਮਹਾਰਾਜ ਕਹਿੰਦੇ ਸਿੱਖੋ, ਬਾਬੇ ਮਨੋਹਰ ਦਾਸ ਹੋਣਾ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੀ ਸੇਵਾ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਤਾਨ। ਹਮ ਨਹਿ ਸੇਵੇ ਕਬ ਨਿਜ ਪਾਨ। ਅਸੀਂ ਆਪਣੇ ਹੱਥਾਂ ਨਾਲ ਕਦੀ ਸੇਵਾ ਹੀ ਨਹੀਂ ਕੀਤੀ ਉਹਨਾਂ ਦੀ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਜਦੋਂ ਬਾਬਾ ਮਨੋਹਰ ਦਾਸ ਜੀ ਦੇ ਗੁਣ ਕੋਈ ਸੁਣਦਾ ਨਾ, ਤੇ ਮਾੜੇ ਤੋਂ ਮਾੜੇ ਬੰਦੇ ਦਾ ਵੀ ਜੀ ਕਰਦਾ ਵੀ ਮੈਂ ਵੀ ਕੁਝ ਕਰਿਆ ਕਰਾਂ, ਮੈਂ ਵੀ ਸੇਵਾ ਕਰਿਆ ਕਰਾਂ, ਮੈਂ ਵਿਹਲਾ ਬੈਠਾ ਰਹਿਣਾ, ਮੈਂ ਵੀ ਸੇਵਾ ਕਰਿਆ ਕਰਾਂ। ਅਸੀਂ ਸਲਾਦ ਹੀ ਕੱਟ ਦਿਆ ਕਰੀਏ ਜਦੋਂ ਸੰਗਤ ਨੇ ਪ੍ਰਸ਼ਾਦਾ ਛਕਣਾ, ਓਏ ਅਸੀਂ ਦਾਲ ਹੀ ਧੋ ਕੇ ਦੇ ਦਿਆ ਕਰੀਏ। ਸੇਵਾ ਤੇ ਬੜੀ ਹੁੰਦੀ ਹੈ, ਬੜੀ ਸੇਵਾ ਹੁੰਦੀ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੇ ਬਹੁਤੇ ਵੱਡੇ ਦਿਆਲੂ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਵੇਖੋ, ਧਰਮ ਦੀ ਪੌੜੀ ਦੇ 8 ਡੰਡੇ ਨੇ, ਜਿਹਨੂੰ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਧਰਮ ਦੀ ਪੌੜੀ ਦੇ 8 ਡੰਡੇ ਨੇ। ਸਭ ਤੋਂ ਪਹਿਲਾ ਡੰਡਾ ਹੈ ਚੰਗੀਆਂ ਸੋਚਾਂ ਹਿਰਦੇ ਚ ਆਉਣੀਆਂ। ਚੰਗੇ ਫੁਰਨੇ ਆਉਣ ਲੱਗ ਪੈਣੇ, ਸਮਝੋ ਪਹਿਲੇ ਡੰਡੇ ਤੇ ਤੁਸੀਂ ਚੜ ਗਏ। ਮਹਾਰਾਜ ਤੇ ਆਪ ਹੀ ਧਰਮ ਰੂਪ ਹਨ ਜੀ। ਮਹਾਰਾਜ ਕਹਿਣ ਲੱਗੇ, ਸਿੱਖੋ, ਅਸੀਂ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ ਦੀ ਆਪਣੇ ਹੱਥੀਂ ਸੇਵਾ ਹੀ ਨਹੀਂ ਕਦੀ ਕੀਤੀ। ਅਸੀਂ ਤੇ ਸੇਵਾ ਹੀ ਨਹੀਂ ਕੀਤੀ ਕਦੇ। ਹਾਂਜੀ, ਕਰ ਸੋ ਟਹਿਲ ਨ ਹਮ ਤੇ ਹੋਈ। ਆਪਣੇ ਹੱਥਾਂ ਨਾਲ ਕਦੀ ਸੇਵਾ ਨਹੀਂ ਕੀਤੀ ਕਹਿੰਦੇ। ਹਾਂਜੀ, ਦੇਤ ਮਹਾਪਦਵੀ ਕੋ ਜੋਈ। ਵੇਖੋ, ਸਤਿਗੁਰੂ ਜੀ ਦਾ ਪਰਿਵਾਰ ਹੈ, ਸਤਿਗੁਰੂ ਜੀ ਦੇ ਬਖਸ਼ੇ ਹੋਏ ਨੇ, ਇਹਨਾਂ ਦੀ ਸੇਵਾ ਕੀਤਿਆਂ ਤੇ ਮਹਾਨ ਪਦਵੀ ਮਿਲਦੀ ਹੈ। ਜਬ ਤੇ ਤੁਰਕਨ ਕੀਨ ਬਖੇਰਾ। ਮਹਾਰਾਜ ਕਹਿੰਦੇ ਆ, ਜਦੋਂ ਦਾ ਤੁਰਕਾਂ ਨੇ ਵਿੱਚ ਜਾ ਪਵਾੜਾ ਜਾ ਪਾਇਆ, ਬਖੇੜਾ ਜਾ ਪਾਇਆ, ਤਬ ਤੇ ਗੋਇੰਦਵਾਲ ਨਾ ਹੀਰਾ। ਸਮਾਂ ਹੀ ਨਹੀਂ ਬਣਿਆ ਗੋਇੰਦਵਾਲ ਸਾਹਿਬ ਜਾਣ ਦਾ। ਮਹਾਰਾਜ ਕਹਿੰਦੇ ਹਾਂਜੀ,
ਸ੍ਰੀ ਗੁਰੂ ਅਮਰਦਾਸ ਸੰਤਾਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਅੰਸ ਬੰਸ। ਕਿਮ ਹਮ ਸੇਵਾ ਕਰਹਿ ਮਹਾਨ। ਦੱਸੋ ਅਸੀਂ ਉਹਨਾਂ ਦੀ ਕਿਵੇਂ ਸੇਵਾ ਕਰੀਏ? ਆਖੋ। ਵਾਹਿਗੁਰੂ ਹਾਂਜੀ। ਤਿਸ ਪੁਰ ਹਮ ਤੇ ਜਾਏ ਨਾ ਜਾਈ। ਮਹਾਰਾਜ ਕਹਿੰਦੇ ਹੁਣ ਗੋਇੰਦਵਾਲ ਸਾਹਿਬ ਤੇ ਜਾਇਆ ਨਹੀਂ ਜਾਣਾ ਜੀ। ਹਾਂਜੀ। ਚਿਰੰਕਾਲ ਪਾ ਖਬਰ ਨਾ ਪਾਈ। ਬੜੀ ਦੇਰ ਤੋਂ ਕੋਈ ਖਬਰ ਵੀ ਨਹੀਂ ਲਈ ਅਸੀਂ ਉਹਨਾਂ ਦੀ। ਹਾਂਜੀ। ਹਮ ਕੋ ਰਹੇ ਜੋ ਬਿਗਨ ਬਿਸਾਲਾ। ਮਹਾਰਾਜ ਕਹਿੰਦੇ ਸਾਨੂੰ ਜੰਗ ਦੇ ਹੀ ਕਾਰ ਵਿਹਾਰ ਬੜੇ ਬਣੇ ਰਹੇ ਆ। ਤੁਰਕਨ ਸੰਗ ਜੰਗ ਸਭ ਕਾਲਾ। ਤੇ ਤੁਰਕਾਂ ਦੇ ਨਾਲ ਜੰਗ ਹੀ ਛਿੜੀ ਰਹੀ ਹੈ। ਹਾਂਜੀ। ਭਾਈ ਗੜੀਆ ਸੰਤ ਪ੍ਰਵੀਨ। ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਭਾਈ ਸਾਹਿਬ ਭਾਈ ਗੜੀਆ ਜੀ ਬੈਠੇ ਸੀਗੇ ਜੀ, ਜਿਹੜੇ ਬੜੇ ਵੱਡੇ ਸੰਤ ਹਨ। ਹਾਂਜੀ। ਤਿਸ ਕੀ ਦਿਸ਼ਾ ਬਿਲੋਕਨ ਕੀਨ। ਸਤਿਗੁਰੂ ਜੀ ਨੇ ਭਾਈ ਗੜੀਆ ਜੀ ਵੱਲ ਬੜੇ ਪ੍ਰੇਮ ਨਾਲ ਦੇਖਿਆ। ਕਹਿਓ ਤਾਹੇ ਸੋ ਤੁਮ ਅਬ ਜਾਵੋ। ਮਹਾਰਾਜ ਕਹਿੰਦੇ ਭਾਈ ਗੜੀਆ ਜੀ ਹੁਣ ਤੁਸੀਂ ਜਾਵੋ। ਕਹਿ ਆਨੰਦ ਕੋ ਏਠਾਂ ਲਿਆਵੋ। ਤੇ ਸਤਿਗੁਰੂ ਜੀ ਦੇ ਮਹਾਰਾਜ ਜੀ ਦੀ ਅੰਸ਼ ਬੰਸ ਵਿੱਚੋਂ ਬਾਬਾ ਆਨੰਦ ਜੀ ਨੂੰ ਲੈ ਕੇ ਆਓ। ਇਹ ਉਹ ਬਾਬਾ ਆਨੰਦ ਜੀ ਹਨ ਜਿਨ੍ਹਾਂ ਦੇ ਜਨਮ ਤੇ ਮਹਾਰਾਜ ਜੀ ਨੇ ਫਿਰ ਬਾਣੀ ਉਚਾਰੀ ਸੀਗੀ। ਨਾਮ ਵੀ ਆਨੰਦ ਗੁਰੂ ਅਮਰਦਾਸ ਜੀ ਨੇ ਹੀ ਰੱਖਿਆ ਸੀ ਤੇ ਸਾਰਿਆਂ ਨੂੰ ਦੱਸਿਆ ਸੀ ਵੀ ਆਨੰਦ ਮਿਲਦਾ ਕਦੋਂ ਹੈ? ਆਨੰਦ ਭਇਆ ਮੇਰੀ ਸਤਿਗੁਰੂ ਮੈਂ ਪਾਇਆ ਉਦੋਂ ਮਿਲਦਾ ਹੈ। ਮਹਾਰਾਜ ਕਹਿੰਦੇ ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਵੋ। ਸੇਵਕਾ ਲੈ ਕਰ ਸੰਗ ਸਿਧਾਵੋ। ਮਹਾਰਾਜ ਕਹਿੰਦੇ ਇੰਜ ਨਹੀਂ ਜਾਣਾ, ਸਾਡੇ ਵਾਲੀ ਪਾਲਕੀ ਲੈ ਕੇ ਜਾਵੋ। ਪਾਲਕੀ ਵਿੱਚ ਬਿਠਾ ਕੇ ਲੈ ਕੇ ਆਉਣਾ। ਗੋਇੰਦਵਾਲ ਜਾਏ ਦਰਸਾਵੋ। ਗੋਇੰਦਵਾਲ ਸਾਹਿਬ ਪਾਲਕੀ ਲੈ ਜਾਓ ਤੇ ਜਾ ਕੇ ਬਾਬਾ ਆਨੰਦ ਜੀ ਦੇ ਦਰਸ਼ਨ ਕਰੋ। ਇਮ ਆਨੰਦ ਕੇ ਸੰਗ ਬਖਾਨੋ। ਤੇ ਬਾਬਾ ਆਨੰਦ ਜੀ ਨੂੰ ਇਸ ਤਰ੍ਹਾਂ ਕਹਿਣਾ ਹੈ, ਕਰਹੁ ਕਿਰਪਾ ਬਿਗਨੈ ਗਨ ਹਾਨੋ। ਕਰਹੁ ਕਿਰਪਾ ਬਿਗਨੈ ਗਨ ਹਾਨੋ, ਵੀ ਕਿਰਪਾ ਕਰੋ ਤੇ ਹੁਣ ਦਰਸ਼ਨ ਦਿਓ, ਆਸ਼ੀਰਵਾਦ ਬਖਸ਼ੋ। ਵੇਖੋ ਖੁਦ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ ਪਰ ਨਿਮਰਤਾ ਵੇਖੋ ਜੀ। ਹਾਂਜੀ। ਦਰਸ਼ਨ ਦੀਜੈ ਬਿਰਧ ਸੰਭਾਰੋ। ਤੇ ਕਿਰਪਾ ਕਰੋ ਤੇ ਦਰਸ਼ਨ ਬਖਸ਼ਿਸ਼ ਕਰੋ। ਹਾਂਜੀ। ਆਵੋ ਏਠਾਂ ਬਿਲਮ ਵਿਸਾਰੋ। ਬਿਨਾ ਕਿਸੇ ਦੇਰੀ ਤੋਂ ਸਾਨੂੰ ਦਰਸ਼ਨ ਬਖਸ਼ਿਸ਼ ਕਰੋ। ਇਹ ਬਾਬਾ ਆਨੰਦ ਜੀ ਨੂੰ ਸਾਡੇ ਵੱਲੋਂ ਜਾ ਕੇ ਬੇਨਤੀ ਕਰੋ। ਲਿਖੀ ਪੱਤਰਕਾ ਦੀਨ ਸਹਾਥ। ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਆਪ ਚਿੱਠੀ ਵੀ ਲਿਖੀ ਜੀ ਇੱਕ ਜੀ। ਉਹ ਚਿੱਠੀ ਭਾਈ ਗੜੀਆ ਜੀ ਦੇ ਹੱਥ ਦਿੱਤੀ। ਗਮਨਿਓ ਲੀਨ ਪਾਲਕੀ ਸਾਥ। ਭਾਈ ਗੜੀਆ ਜੀ ਕੁਝ ਸਿੱਖਾਂ ਨੂੰ ਪਾਲਕੀ ਸਹਿਤ ਲੈ ਕੇ ਗਏ। ਵੇਖੋ ਗੁਰੂ ਸਾਹਿਬ ਜੀ ਆਪਣੀ ਪਾਲਕੀ ਸਾਧ ਸੰਗਤ ਜੀ ਭੇਜ ਰਹੇ ਨੇ ਜੀ। ਸਨੇ ਸਨੇ ਪਰ ਗੋਇੰਦਵਾਲ। ਉਹ ਸਹਿਜੇ ਸਹਿਜੇ ਗੋਇੰਦਵਾਲ ਸਾਹਿਬ ਪਹੁੰਚੇ। ਮਿਲਿਓ ਆਏ ਗੜੀਆ ਤਿਸ ਕਾਲ। ਤੇ ਬਾਬਾ ਜੀ ਬਾਬਾ ਗੜੀਆ ਜੀ ਬਾਬਾ ਆਨੰਦ ਜੀ ਨੂੰ ਮਿਲੇ ਜੀ, ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਧ ਸੰਗਤ ਜੀ ਪੋਤਰਾ ਜੀ ਹਨ। ਮਹਾਰਾਜ ਜੀ ਦੇ ਪੋਤਰੇ ਲੱਗਦੇ ਜੀ। ਬਾਬਾ ਮੋਹਨ ਜੀ ਦੇ ਪੁੱਤਰ ਹਨ ਬਾਬਾ ਆਨੰਦ ਜੀ। ਹਾਂਜੀ। ਪਦ ਅਰਬਿੰਦ ਆਨੰਦ ਕੇ ਬੰਦੇ। ਤੇ ਗੁਰੂ ਅਮਰਦਾਸ ਸਾਹਿਬ ਦਾ ਪੋਤਰਾ ਤੇ ਬਾਬਾ ਆਨੰਦ ਤੇ ਪਿਛਲੇ ਜਨਮਾਂ ਦੇ ਜੋਗੀ ਨੇ ਜੀ। ਭਾਈ ਗੜੀਆ ਜੀ ਨੇ ਜਾ ਕੇ ਤੇ ਉਹਨਾਂ ਨੂੰ ਮੱਥਾ ਟੇਕਿਆ ਜੀ। ਹਾਂਜੀ। ਦਈ ਪੱਤਰਕਾ ਪੱਠੀ ਬਿਲੰਦੇ। ਤੇ ਫਿਰ ਬੜੇ ਪ੍ਰੇਮ ਨਾਲ ਪੱਤਰਕਾ ਦਿੱਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਲਿਖੀ ਪ੍ਰੇਮ ਕਰ ਬਾਂਚੀ ਜਬੈ। ਮਹਾਰਾਜ ਜੀ ਦੀ ਹੱਥਾਂ ਦੀ ਲਿਖੀ ਚਿੱਠੀ ਪੜ੍ਹੀ ਜੀ ਬਾਬਾ ਆਨੰਦ ਜੀ ਨੇ। ਉਹ ਵੀ ਬਜ਼ੁਰਗ ਹੋ ਚੁੱਕੇ ਸਨ। ਉਹ ਪੋਤਰੇ ਨੇ ਮਹਾਰਾਜ ਦੇ। ਆਖੋ ਵਾਹਿਗੁਰੂ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੜਦੋਤਰੇ ਬਣਦੇ ਆ ਜੀ। ਉਹਨਾਂ ਨੇ ਬੜੇ ਪ੍ਰੇਮ ਨਾਲ ਚਿੱਠੀ ਪੜ੍ਹੀ ਜੀ ਮਹਾਰਾਜ ਜੀ ਦੀ। ਮਗਨ ਆਨੰਦ ਆਨੰਦ ਸੋ ਵਾਹ ਤਬੈ। ਵਾਹ ਵਾਹ। ਜਦੋਂ ਮਹਾਰਾਜ ਜੀ ਦੀ ਚਿੱਠੀ ਪੜ੍ਹੀ ਨਾ ਜੀ, ਬਾਬਾ ਆਨੰਦ ਜੀ ਆਨੰਦ ਵਿੱਚ ਹੀ ਮਗਨ ਹੋ ਗਏ ਜੀ। ਬੜਾ ਹੀ ਆਨੰਦ ਬਣਿਆ ਉਹਨਾਂ ਨੂੰ।
ਗੁਰ ਲੀਲਾ ਕੇ ਚਲਤ ਵਿਚਾਰੇ। ਤੇ ਫਿਰ ਨਾ ਆਪਣੇ ਮਨ 'ਚ ਗੁਰੂ ਜੀ ਦੀ ਲੀਲਾ ਦੀ ਵਿਚਾਰ ਕਰਦੇ ਹੈ। ਹਾਂਜੀ, ਆਪਨ ਪੋ ਦੁਰਾਏ ਵੀ ਵਿਵਹਾਰੇ। ਆਪ ਇੰਨੇ ਵੱਡੇ ਹੋ ਕੇ ਮਾਲਕ ਹੋ ਕੇ ਗੁਰਤਾ ਗੱਦੀ ਦੇ ਤੇ ਮੈਨੂੰ ਸਤਿਕਾਰ ਦੇਣ ਦੇ। ਧੰਨ ਹਨ ਮਹਾਰਾਜ। ਅਪਰ ਨਰਨ ਕੇ ਕਰਹਿ ਸਮਾਨ। ਹਾਂਜੀ, ਕਰਤਾ ਹਰਤਾ ਸਰਬ ਜਹਾਨ। ਖੁਦ ਕਰਤਾ ਹਰਤਾ ਨੇ, ਕਰਤਾ ਕਰਨ ਵਾਲਾ, ਹਰਤਾ ਹਰਨ ਵਾਲਾ, ਲੈਣ ਵਾਲਾ। ਖੁਦ ਕਰਤਾ ਪੁਰਖ ਨੇ, ਪਰ ਆਮ ਬੰਦਿਆਂ ਵਾਂਗੂ ਚਿੱਠੀ ਲਿਖੀ ਹੈ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿੰਨੇ ਨਿਮਰਤਾ ਮਹਾਰਾਜ ਜੀ ਦੀ ਜੀ। ਹਾਂਜੀ, ਜਿਸ ਕੀ ਮਾਇਆ ਮਹਾ ਅਪਾਰ। ਜਿਨ੍ਹਾਂ ਦੀ ਮਾਇਆ ਅਪਾਰ ਹੈ। ਹਾਂਜੀ, ਜਿਸ ਕੋ ਕਬ ਕਿਨ ਲਹਿਓ ਨ ਪਾਰ। ਜਿਨ੍ਹਾਂ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਤਿਨ ਕੋ ਅਵ ਦਰਸ਼ਨ ਮੈਂ ਵੀ ਪਾਉ। ਮੈਂ ਉਹਨਾਂ ਨੂੰ ਕੀ ਦਰਸ਼ਨ ਦੇਣੇ, ਸਗੋਂ ਖੁਦ ਉਹਨਾਂ ਦੇ ਜਾ ਕੇ ਦਰਸ਼ਨ ਕਰਾਂਗਾ ਤਨੈ ਜਨਮ ਆਪਣੋ ਕਰ ਆਉ। ਤੇ ਮੇਰਾ ਜਨਮ ਵੀ ਸਫਲਾ ਹੋ ਜਾਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ। ਲੈ ਆਪਣੇ ਸੰਗ ਮਾਨਵ ਬ੍ਰਿੰਦ। ਆਪਣੇ ਨਾਲ ਕੁਝ ਕੁ ਮਨੁੱਖਾਂ ਨੂੰ ਨਾਲ ਲੈ ਕੇ ਭਇਓ ਤਿਆਰ ਚਲਬੀ ਆਨੰਦ। ਤੇ ਬਾਬਾ ਜੀ ਬਾਬਾ ਆਨੰਦ ਜੀ ਤਿਆਰੀ ਕੀਤੀ ਕੀਰਤਪੁਰ ਸਾਹਿਬ ਜਾਣ ਦੀ ਜੀ। ਹਾਂਜੀ, ਚੜੇ ਪਾਲਕੀ ਆਵਤ ਭਏ। ਪਾਲਕੀ ਸਾਹਿਬ ਤੇ ਸੱਜ ਕੇ ਗੁਰੂ ਸਾਹਿਬ ਦੀ ਪਾਲਕੀ ਸੀ। ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਇਹੋ ਜਿਹਾ ਇਲਾਕਾ ਹੈ, ਹਰ ਇੱਕ ਦਾ ਹੀ ਜਾਣ ਨੂੰ ਜੀ ਕਰਦਾ ਹੈ ਜੀ। ਵੀ ਜਾਈਏ ਉੱਥੇ ਰਹੀਏ, ਇਲਾਕਾ ਹੀ ਇਹੋ ਜਿਹਾ ਜੀ। ਪਾਲਕੀ ਸਾਹਿਬ 'ਚ ਸੱਜ ਕੇ ਤੇ ਸਾਧ ਸੰਗਤ ਜੀ ਬੜੇ ਪ੍ਰੇਮ ਨਾਲ ਆ ਰਹੇ ਹਨ। ਗੜੀਆ ਅਪਰ ਲੋਕ ਸੰਗ ਲਏ। ਭਾਈ ਗੜੀਆ ਜੀ ਨੇ ਹੋਰ ਮਨੁੱਖਾਂ ਨੂੰ ਨਾਲ ਲਿਆ ਜੀ। ਪਹੁੰਚੇ ਨਿਕਟ ਜਬੈ ਸੁਧ ਲਏ। ਤੇ ਨੇੜੇ ਪਹੁੰਚ ਚੱਲੇ ਹਨ। ਇਹ ਖਬਰ 6ਵੇਂ ਪਾਤਸ਼ਾਹ ਜੀ ਨੂੰ ਦੱਸੀ। ਸ੍ਰੀ ਗੁਰੂ ਹਰਗੋਬਿੰਦ ਤਬ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ, ਮਿਲੇ ਜਾਏ ਕਰ ਦੂਰ ਅਗਾਰੇ। ਮਹਾਰਾਜ ਪਹਿਲਾਂ ਹੀ ਦੂਰ ਜਾ ਕੇ ਖਲੋ ਗਏ ਜੀ। ਭਾਵ ਜਿਵੇਂ ਅਗਲਵੰਡੀ ਖਲੋ ਜਾਈਦਾ ਨਾ ਜੀ, ਪਹਿਲਾਂ ਹੀ ਖਲੋ ਗਏ। ਸਾਡੇ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰਾ ਜੀ ਆ ਰਹੇ ਹਨ। ਤੂਸ਼ਣ ਧਰੇ ਹਟਾਏ ਕਹਾਰੇ। ਹੁਣ ਉਹਨਾਂ ਸਿੱਖਾਂ ਵੇਖ ਲਿਆ ਜੀ ਤੇ ਪਾਲਕੀ ਨੂੰ ਲੱਗਾ ਹੀ ਪੜਦਾ। ਪਾਲਕੀ ਸਾਹਿਬ ਨੂੰ ਪੜਦਾ ਲੱਗਾ ਸੀ ਤੇ ਜਿਨ੍ਹਾਂ ਨੇ ਪਾਲਕੀ ਸਾਹਿਬ ਆਪਣੇ ਮੋਢਿਆਂ ਤੇ ਚੁੱਕੀ ਸੀ ਨਾ, ਮਹਾਰਾਜ ਨੇ ਉਹਨਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਚੁੱਪ ਰਹਿਣਾ, ਬੋਲਣਾ ਨਹੀਂ। ਉਹਨਾਂ ਨੂੰ ਪਰਾਂ ਕਰ ਦਿੱਤਾ ਇੱਕ ਨੂੰ। ਆਪਨ ਕੰਧ ਸਿਵ ਕਾਸੋ ਉਠਾਈ। ਤੇ ਆਪਣੇ ਮੋਢਾ ਫਿਰ ਪਾਲਕੀ ਨੂੰ ਲਾਇਆ ਜੀ। ਆਪਣੇ ਮੋਢੇ ਤੇ ਪਾਲਕੀ ਚੁੱਕੀ। ਆਖੋ ਧੰਨ ਧੰਨ ਸ੍ਰੀ ਗੁਰੂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਹ ਚ ਮਿੱਠਤ ਨੀਵੀਂ ਆਪਣੇ ਮੋਢੇ ਤੇ ਪਾਲਕੀ ਨੂੰ ਮਹਾਰਾਜ ਜੀ ਨੇ ਚੁੱਕਿਆ ਜੀ। ਹਾਂਜੀ, ਤਿਸੀ ਰੀਤ ਚਾਲੇ ਅਗਵਾਈ। ਤੇ ਹੌਲੀ ਹੌਲੀ ਉਸੇ ਤਰ੍ਹਾਂ ਤੁਰ ਪਏ। ਹਾਂਜੀ, ਮਾਨ ਅਢਾਵਨ ਹੇਤ ਕਿਰਪਾਲਾ। ਧਰੇ ਕੰਧ ਪਰ ਮਗ ਮਹਿ ਚਾਲਾ। ਮਾਨ ਵਡਾਵਨ ਹੇਤ ਕਿਰਪਾਲਾ। ਉਹਨਾਂ ਦਾ ਮਾਣ ਕਰਨ ਲਈ, ਸਤਿਕਾਰ ਕਰਨ ਲਈ ਸਤਿਗੁਰੂ ਜੀ ਆਪ ਤੁਰ ਰਹੇ ਹਨ। ਪਾਲਕੀ ਨੂੰ ਮੋਢਾ ਲਾਇਆ। ਵੇਖੋ ਕੁੱਲ ਦੁਨੀਆ ਜਿਨ੍ਹਾਂ ਦੇ ਦਰਸ਼ਨਾਂ ਨੂੰ ਤਰਸਦੀ ਹੈ। ਦੇਵੀ ਦੇਵਤੇ, ਪੀਰ ਪੈਗੰਬਰ, ਸਾਈਂ ਬੁੱਢਣ ਸ਼ਾਹ ਵਰਗੇ ਵੀ ਜਿਨ੍ਹਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਤੇ ਕਹਿੰਦੇ ਸਾਡਾ ਜਨਮ ਸਫਲਾ ਹੋ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਪਾਲਕੀ ਨੂੰ ਮੋਢਾ ਲਾਇਆ ਆਪ ਜੀ ਤੇ ਤੁਰੇ। ਕਹਾਰ ਬਣੇ ਜੀ। ਹਾਂਜੀ, ਜਾਣਿਓ ਜਬੈ ਆਨੰਦ ਜੀ ਐਸੇ। ਹੁਣ ਸਾਧ ਸੰਗਤ ਜੀ ਇੱਕ ਪਾਸਿਓਂ ਪਾਲਕੀ ਤਾਂ ਹੋ ਗਈ ਜੀ ਕਿਉਂ ਮਹਾਰਾਜ ਫਿਰ 7.5 ਫੁੱਟ ਉੱਚੇ ਵੀ ਆ ਨਾ ਜੀ। ਤੇ ਬਾਬਾ ਆਨੰਦ ਜੀ ਅੰਦਰ ਸੁਰਤੀ 'ਚ ਬੈਠੇ ਆ, ਆਨੰਦ 'ਚ ਬੈਠੇ ਆ। ਉਹਨਾਂ ਨੂੰ ਪਤਾ ਲੱਗਾ ਭਏ ਸੂਤ ਅਰਜਨ ਕੇ ਜੈਸੇ। ਵੀ ਇਹ ਤੇ ਗੁਰੂ ਅਰਜਨ ਸਾਹਿਬ ਦੇ ਪੁੱਤਰ ਨੇ। ਭਾਵ ਗੁਰੂ ਹਰਗੋਬਿੰਦ ਸਾਹਿਬ ਨੇ, ਖੁਦ ਗੁਰੂ ਜੀ ਨੇ।
ਹਾਂਜੀ ਨਿਮਰੀ ਹੋਣ ਹੀਰਗਤ ਮਨ ਕੀ। ਤੇ ਆਪਣੇ ਆਪ ਨੂੰ ਨਿਮਰਤਾ ਵਾਲਾ ਵਿਖਾਉਣ ਵਾਸਤੇ, ਭਾਵ ਹੋਰ ਨਿਮਰਤਾ ਵਿਖਾਉਣ ਵਾਸਤੇ, ਸਾਨੂੰ ਸਿਖਾਉਣ ਵਾਸਤੇ ਵੀ ਕਿੰਨੀ ਨਿਮਰਤਾ ਧਾਰਨ ਕਰਨੀ ਹੈ। ਇਮਹੀ ਰੀਤ ਪੁਰਾਤਨ ਇਨਕੀ। ਇਹ ਤਾਂ ਮਹਾਰਾਜ ਦੀ ਪੁਰਾਤਨ ਹੀ ਰੀਤੀ। ਸੰਗਤ ਜੀ ਦੀ ਕਮਾਈ ਜ਼ਿਆਦਾ ਹੋਵੇ ਨਾ ਜੀ, ਉਹ ਕੋਈ ਕੰਮ ਕਰੇ ਤੇ ਦੂਜਿਆਂ ਨੂੰ ਸਿੱਖਿਆ ਹੀ ਮਿਲਦੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਨਾ ਜੀ, ਇੱਥੇ ਮਿਲਣ ਆਏ ਜੀ ਮੈਨੂੰ, ਗਰੀਬ ਨੂੰ। ਤੇ ਉਹ ਕੀ ਖੇਡ ਬਣੀ ਜੀ, ਮੈਂ ਇੱਥੇ ਸਾਂ ਜੀ, ਵਿਹੜੇ 'ਚ ਸਾਂ, ਤੁਰਿਆ ਫਿਰਦਾ ਸਾਂ, ਤੇ ਉਹਨਾਂ ਨੂੰ ਦੂਰੋਂ ਜਦੋਂ ਉਹਨਾਂ ਨੇ ਵੇਖਿਆ ਨਾ ਜੀ, ਉੱਥੋਂ ਹੀ ਜੋੜੇ ਲਾ ਲਏ ਜੀ ਉਹਨਾਂ ਨੇ। ਮੈਂ ਆਪਦੇ ਦਿਮਾਗ 'ਚ ਇਹ ਗੱਲ ਸੋਚੀ, ਇਹ ਮੈਨੂੰ ਸਿੱਖਿਆ ਦੇ ਰਹੇ ਆ, ਐਦਾਂ ਦੂਜੇ ਨੂੰ ਮਿਲੀਦਾ, ਇੰਨਾ ਸਤਿਕਾਰ ਕਰੀਦਾ। ਮੈਨੂੰ ਹੀ ਸਿੱਖਿਆ, ਕਿਉਂ ਕਮਾਈ ਵਾਲੇ ਸਿੱਖਿਆ ਹੀ ਦਿੰਦੇ ਆ ਨਾ ਜੀ। ਕਮਾਈ ਵਾਲੇ ਪੁਰਸ਼ ਕਹਿੰਦੇ ਨਹੀਂ ਮੁੱਖੋਂ ਕੁਝ, ਉਹ ਕਰਕੇ ਹੀ ਵਿਖਾਉਂਦੇ ਆ ਸਿੱਧਾ। ਉਹਨਾਂ ਕਿਹਾ ਵੀ ਇਹ ਤੇ ਮਹਾਰਾਜ ਦਾ ਪੁਰਾਤਨ ਹੀ ਸੁਭਾਅ ਹੈ। ਹਾਂਜੀ। ਤਬ ਹੀ ਕੂਦ ਪਾਲਕੀ ਤਿਆਗੀ। ਹੁਣ ਪਰ ਬਾਬਾ ਆਨੰਦ ਜੀ ਤੇ ਨਹੀਂ ਨਾ ਬਹਿ ਸਕਦੇ ਪਾਲਕੀ ਸਾਹਿਬ 'ਚ, ਵੀ ਪਾਲਕੀ ਨੂੰ ਮੋਢਾ ਮਹਾਰਾਜ ਨੇ ਲਾਇਆ ਹੋਵੇ। ਤੇ ਬਾਬਾ ਆਨੰਦ ਜੀ ਨੇ ਤਿਆਰੀ ਕੀਤੀ ਵੀ ਮੈਂ ਪਾਲਕੀ 'ਚੋਂ ਛਾਲ ਮਾਰ ਦੇਣੀ ਹੈ। ਮਿਲੇ ਪਰਸਪਰ ਅਤ ਅਨੁਰਾਗੀ। ਤੇ ਬਸ ਫਿਰ ਕੀ ਹੈ, ਪਾਲਕੀ ਮਹਾਰਾਜ ਦੇ ਮੋਢਿਆਂ ਤੇ ਹੈ। ਬਾਬਾ ਆਨੰਦ ਜੀ ਨੇ ਪਰਦਾ ਪਰਾਂ ਕੀਤਾ ਤੇ ਪਾਲਕੀ 'ਚੋਂ ਮਾਰੀ ਛਾਲ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜ ਲਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਦੇ ਚਰਨ ਫੜਦੇ। ਮਿਲੇ ਪਰਸਪਰ ਅਤ ਅਨੁਰਾਗੀ। ਮਹਾਰਾਜ ਜੀ ਨੇ ਫਿਰ ਉਤਾਂਹ ਕੀਤਾ, ਜਿਵੇਂ ਬਹੁਤੇ ਹੀ ਕੋਈ ਸਮੇਂ ਦੇ ਵਿਛੜੇ ਨਹੀਂ ਮਿਲਦੇ, ਕੋਈ ਬਹੁਤੇ ਹੀ ਪ੍ਰੇਮ ਵਾਲੇ ਮਿਲਦੇ ਆ, ਇੰਜ ਮਿਲਾਪ ਹੋਇਆ ਜੀ। ਜਗ ਕੇ ਨਰਨ ਬੰਚਨਾ ਕਰਹੋ। ਹਾਂਜੀ। ਅਤ ਪ੍ਰਤਾਪ ਤਰ ਸਭ ਤੇ ਦ੍ਰੋਹ। ਤੇ ਬਾਬਾ ਆਨੰਦ ਜੀ ਨਾ ਨੀਵੇਂ ਹੋ ਕੇ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਬੜਾ ਹੀ ਵੱਡਾ ਪ੍ਰਤਾਪ ਹੈ। ਤੁਸੀਂ ਇਹ ਇੰਨਾ ਵੱਡਾ ਪ੍ਰਤਾਪ ਲੁਕਾ ਕੇ ਤੇ ਸਾਨੂੰ ਮਾੜੇ ਜਿਹੇ ਬੰਦਿਆਂ ਨੂੰ ਠੱਗਣ ਦੇ ਹੋ। ਕਹਿੰਦੇ ਤੁਹਾਡਾ ਤੇ ਪ੍ਰਤਾਪ ਹੀ ਬਹੁਤ ਵੱਡਾ ਹੈ। ਹਾਂਜੀ। ਇਮ ਉਚਰਤ ਗ੍ਰਹਿ ਮਹੋ ਲੈ ਆਏ। ਇਹ ਕਹਿ ਕੇ ਸਾਧ ਸੰਗਤ ਜੀ ਬਚਨ ਹੁੰਦੇ ਆ, ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਆਨੰਦ ਜੀ ਨੂੰ ਘਰ ਵਿੱਚ ਲੈ ਆਏ। ਰੁਚਿਰ ਭ੍ਰਯੰਕ ਵਿਛਾਵਨ ਛਾਏ। ਸੋਹਣਾ ਪਲੰਘਾ ਵਿਛਾਇਆ ਜੀ। ਹਾਂਜੀ। ਕਰ ਪੂਜਾ ਸਨਮਾਨ ਬਿਠਾਏ। ਪਲੰਘੇ ਦੇ ਉੱਤੇ ਬਾਬਾ ਆਨੰਦ ਜੀ ਨੂੰ ਬਿਠਾਇਆ ਜੀ। ਨਾਲੇ ਪਤਾ ਕੀ ਕਹਿਣ, ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰਾ ਜੀ ਨੇ। ਹਾਂਜੀ। ਮ੍ਰਿੰਦਲ ਮధుਰ ਮੁਖ ਬਾਕ ਅਲਾਏ। ਮ੍ਰਿਦੁਲ ਮధుਰ ਮੁਖ ਬਾਕ ਅਲਾਏ। ਕੋਮਲ ਤੇ ਮਿੱਠੇ ਮਿੱਠੇ ਬੋਲ ਮੁਖੋਂ ਬੋਲਦੇ ਐ। ਵੇਖੋ ਜੀ, ਬੰਦਾ ਦੋ ਮਿੱਠੇ ਬੋਲ ਨਹੀਂ ਮੂੰਹੋਂ ਬੋਲ ਸਕਦਾ ਜੀ। ਹਾਂਜੀ। ਬਿਰਹਾ ਤੁਮਾਰੋ ਭਾਚਰ ਕਾਲਾ। ਮਹਾਰਾਜ ਕਹਿੰਦੇ ਬੜੇ ਚਿਰ ਦੇ ਵਿਛੜੇ ਸਾਂ ਤੁਹਾਡੇ ਤੋਂ, ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਸਾਡੇ ਮਨ ਚ ਪ੍ਰੇਮ ਤੇ ਬਹੁਤ ਹੈ, ਪਰ ਮੇਲ ਨਹੀਂ ਹੋ ਸਕਿਆ। ਤਬ ਕੇ ਸੇਵਾ ਤੇ ਰਹਿ ਗਏ। ਮਹਾਰਾਜ ਕਹਿੰਦੇ ਅਸੀਂ ਤੇ ਤੁਹਾਡੀ ਸੇਵਾ ਹੀ ਨਹੀਂ ਕੀਤੀ ਕਦੀ ਉਦੋਂ ਦੀ। ਕਬਹੂ ਭਈ ਨੇ ਕਾਂਖਾ ਕੀਏ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਵੇਖੋ, ਅਸੀਂ ਤੇ ਤੁਹਾਡੇ ਦਰਸ਼ਨਾਂ ਦੀ ਇੱਛਾ ਵੀ ਨਹੀਂ ਰੱਖੀ ਕਦੀ। ਕਿੰਨਾ ਦੂਜਿਆਂ ਨੂੰ ਮਾਣ ਦੇ ਰਹੇ ਹਨ। ਜਬ ਕੇ ਵਿਛਰੇ ਸੁਖ ਨਹਿ ਪਾਇਵ। ਬਾਦ ਦੁੰਦ ਨੇ ਤੁਰਕ ਉਠਾਏ। ਮਹਾਰਾਜ ਕਹਿੰਦੇ ਜਦੋਂ ਦੇ ਮੇਲੇ ਗੇਲੇ ਹੋਏ, ਬਾਅਦ ਚੋਂ ਮੇਲੇ ਨਹੀਂ ਹੋ ਸਕੇ। ਤੁਰਕਾਂ ਨੇ ਤੇ ਝਗੜੇ ਬੜੇ ਪਾਏ ਆ। ਹਾਂਜੀ। ਹਮਕੋ ਆਪ ਜਾਣਤੀ ਕੈਸੇ। ਕਰੁਣਾ ਕਰੋ ਬਤਾਵੋ ਤੈਸੇ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿੰਦੇ ਵੀ ਤੁਹਾਨੂੰ ਤੇ ਪਤਾ ਹੀ ਹੈ ਸਾਡਾ। ਹਾਂਜੀ। ਸੁਨਤ ਆਨੰਦ ਆਨੰਦ ਵਿਸਾਲੇ। ਤੇ ਮਹਾਰਾਜ ਕਹਿੰਦੇ ਬਾਬਾ ਆਨੰਦ ਜੀ, ਅਸੀਂ ਤੇ ਤੁਹਾਡੇ ਸੇਵਾਦਾਰ ਹੈਗੇ ਆ, ਤੁਸੀਂ ਦੱਸੋ ਸਾਨੂੰ ਕੀ ਸਮਝਦੇ ਹੋ। ਤੇ ਸੁਨਤ ਆਨੰਦ ਆਨੰਦ ਵਿਸਾਲੇ। ਬਾਬਾ ਆਨੰਦ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਦੇ ਮਨ 'ਚ ਹੋਰ ਆਨੰਦ ਵੱਧ ਗਿਆ।
ਪ੍ਰੇਮ ਮਗਨ ਹਵੇ ਕਹਿਤ ਉਤਾਲੇ। ਪ੍ਰੇਮ ਚ ਮਗਨ ਹੋ ਕੇ ਨਾ ਤੇ ਉਤਾਵਲੇ ਹੋ ਕੇ ਕਹਿਣ ਲੱਗੇ, ਸ੍ਰੀ ਗੁਰੂ ਨਾਨਕ ਅੰਗਦ ਰੂਪ। ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹੋ ਸਾਰੇ, ਸਤਿਗੁਰੂ ਜੀ ਦਾ ਰੂਪ ਵੱਡੇ ਸਤਿਗੁਰੂ ਜੀ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਹਾਂਜੀ। ਤ੍ਰਿਤੀਏ ਸ੍ਰੀ ਗੁਰ ਅਮਰ ਅਨੂਪ। ਤੇ ਤੀਸਰਾ ਰੂਪ ਅਨੂਪ ਰੂਪ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਦਾਦਾ ਜੀ ਹੋਏ ਆ। ਸਤਿਗੁਰ ਰਾਮਦਾਸ ਸ੍ਰੀ ਅਰਜਨ। ਉਹੋ ਹੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤੇ ਅੱਗੋਂ ਉਹੋ ਹੀ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹਰ ਗੋਬਿੰਦ ਖਸ਼ਟਮ ਤੁਮ ਤਿਨ ਤਨ। ਤੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਛੇਵਾਂ ਸਰੀਰ ਹੈਗੇ ਹੋ। ਅਸੀਂ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਜਾਣਦੇ ਆ। ਹਾਂਜੀ। ਪਾਰ ਬ੍ਰਹਮ ਕੀ ਜੋਤ ਗਹੀਲਾ। ਪਰਮੇਸ਼ਰ ਦੀ ਅਗਾਧ ਬੋਧ ਗਹਿਰੀ ਜਿਹੜੀ ਜੋਤ ਹੈ, ਧਰ ਮਾਇਆ ਤਨ ਠਾਨ ਤਲੀਲਾ। ਉਹ ਤੁਹਾਡੇ ਵਿੱਚ ਹੈ, ਪਰ ਤੁਸੀਂ ਆਮ ਮਨੁੱਖਾਂ ਵਾਂਗੂ ਲੀਲਾਵਾਂ ਕਰਨ ਦੇ ਹੋ। ਹਾਂਜੀ। ਕਰੋ ਚਰਿਤਰ ਬਚਿਤਰ ਉਦਾਰੇ। ਨਰ ਹੇਰਤ ਪਰਮਤ ਹੈ ਸਾਰੇ। ਤੇ ਤੁਸੀਂ ਤੇ ਵਿਚਿੱਤਰ ਚਰਿੱਤਰ ਕਰਦੇ ਹੋ, ਤੇ ਆਮ ਬੰਦੇ ਵੇਖ ਵੇਖ ਹੈਰਾਨ ਹੋਈ ਜਾਂਦੇ ਐ। ਸਤਿਗੁਰੂ ਜੀ ਅਸੀਂ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਸਮਝਦੇ ਆ। ਸੋ ਬੜੇ ਪ੍ਰੇਮ ਨਾਲ ਬਚਨ ਹੋ ਰਹੇ ਹਨ, ਅੱਗੋਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਿਮਰਨ ਦਾ ਸਮਾਂ ਹੋ ਗਿਆ। ਜਪੋ ਸਾਰੇ ਨਾਮ, ਗੱਜ ਕੇ ਕਹੋ ਜੀ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਜਪ ਵਾਹਿਗੁਰੂ।
ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਗੁਰੂ ਹਰਗੋਬਿੰਦ ਸਾਹਿਬ ਦਾਤੇ ਹੋ ਕੇ, ਮਾਲਕ ਹੋ ਕੇ ਕਿੰਨੀ ਨਿਮਰਤਾ ਰੱਖ ਰਹੇ ਨੇ ਜੀ। ਸਾਨੂੰ ਸ਼ਬਦ ਸਿੱਖਿਆ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਸੋ ਕਹੋ ਟਲ ਗੁਰ